9888999914। ਮਨਜੀਤ ਸਿੰਘ ਕਲੌਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵਰਡ ਮੋਟਰਸ ਬਲੇਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਸੈਨੇਟ ਆ ਉਸ ਨੇ ਜਿਹੜੀਆਂ ਐਪਸਟੀਨ ਫਾਈਲਸ ਹੈਗੀਆਂ ਆ ਉਹਦਾ ਜਿਹੜਾ ਬਿੱਲ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ ਭੇਜ ਦਿੱਤਾ ਹੈਗਾ। ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਬਿੱਲ ਨੂੰ ਸਾਈਨ ਕਰ ਦੇਣਗੇ ਤੇ ਜਸਟਿਸ ਡਿਪਾਰਟਮੈਂਟ ਦੇ ਕੋਲ 30 ਦਿਨ ਹੈਗੇ ਆ ਜੋ ਮਟੀਰੀਅਲ ਹੈਗਾ ਰਿਲੇਟਡ ਟੂ ਜੈਫਰੀ ਐਪਸਟੀਨ ਉਸ ਨੂੰ ਰਿਲੀਜ਼ ਕਰਨ ਦੇ ਲਈ। ਸੋ ਸੈਨੇਟਰਸ ਨੇ ਐਗਰੀਮੈਂਟ ਕਰਕੇ ਆਟੋਮੈਟਿਕਲੀ ਜਿਹੜਾ ਇਹ ਬਿੱਲ ਆ ਉਹ ਪਾਸ ਕਰ ਦਿੱਤਾ ਜਦੋਂ ਹੀ ਉਹਨਾਂ ਨੂੰ ਹਾਊਸ ਤੋਂ ਆਇਆ ਹੈਗਾ। ਸੋ ਹੁਣ ਹੋਪਫੁਲੀ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਹਿ ਰਹੇ ਸੀ ਕਿ ਮੈਂ ਇਸ ਹੱਕ ਦੇ ਵਿੱਚ ਹੈਗਾ ਆ ਵੀ ਜਿਹੜੀਆਂ ਸਾਰੀਆਂ ਫਾਈਲਸ ਆ ਉਹ ਰਿਲੀਜ਼ ਹੋ ਜਾਣੀਆਂ ਚਾਹੀਦੀਆਂ ਤੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਸਾਈਨ ਕਰ ਦੇਣਗੇ ਤੇ ਜਸਟਿਸ ਡਿਪਾਰਟਮੈਂਟ ਉਸ ਫਾਈਲਸ ਨੂੰ ਰਿਲੀਜ਼ ਕਰ ਦੇਣਗੇ। ਜੀ ਬਿਲਕੁਲ। ਸੋ ਐਪਸਟੀਨ ਮਾਮਲੇ ਦੇ ਵਿੱਚ ਬਹੁਤ ਵੱਡੇ ਜਿਹੜੇ ਨਾਮ ਆ ਉਹਨਾਂ ਵਿੱਚ ਆ ਜਿਨ੍ਹਾਂ ਦੇ ਵਿੱਚ ਸਾਬਕਾ ਰਾਸ਼ਟਰਪਤੀ ਤੋਂ ਮੌਜੂਦਾ ਰਾਸ਼ਟਰਪਤੀ ਤੱਕ ਦੇ ਜਿਹੜੇ ਨਾਮ ਮੁਲਕ ਦੇ ਵਿੱਚ ਦੁਨੀਆ ਦੇ ਵੱਡੇ ਜਿਹੜੇ ਸਿਆਸਤਦਾਨ, ਵੱਡੀਆਂ ਕੰਪਨੀਆਂ ਦੇ ਮਾਲਕ, ਫਾਊਂਡਰ, CEOs, ਸਾਬਕਾ ਜਿਹੜੇ ਐਗਜ਼ੈਕਟਿਵਸ ਉਹਨਾਂ ਦੇ ਇਸ ਦੇ ਵਿੱਚ ਨਾਮ ਆ। ਸੋ ਕਹਿੰਦੇ ਵੀ ਟਰੰਪ ਹੁਣਾਂ ਦੇ 14 ਫੋਨ ਨੰਬਰ ਸੀਗੇ ਐਪਸਟੀਨ ਦੇ ਕੋਲ ਵੀ ਜੇ ਉਹਦਾ ਤੱਕ ਰੀਚ ਉਸਨੇ ਜਿਹੜਾ ਉਹ ਕਰਨਾ ਹੋਵੇ। ਸੋ ਕਹਿੰਦੇ ਵੀ ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹਦੀ ਨੇੜਤਾ ਜਿਹੜੀ ਉਹ ਕਿੰਨੀ ਹੋਊਗੀ। ਜਦੋਂ ਇੱਕ ਚੱਲ ਰਹੀ ਸੀ ਟੈਸਟੀਮੋਨੀ ਚੱਲ ਰਹੀ ਸੀਗੀ ਜਿਹੜੇ ਮਾਈਕਲ ਕੋਹਨ ਦੀ, ਤਾਂ ਉਸ ਦਰਮਿਆਨ ਜਿਹੜੇ ਇੱਕ ਰਿਪਰੈਜ਼ੈਂਟੇਟਿਵ ਆ ਉਸ ਦੇ ਨਾਲ ਸਿੱਧੇ ਟੈਕਸਟ ਮੈਸੇਜ ਦਾ ਐਕਸਚੇਂਜ ਹੋ ਰਿਹਾ ਸੀ। ਉਸ ਰਿਪਰੈਜ਼ੈਂਟੇਟਿਵ ਨੂੰ ਸੈਂਸਰ ਕਰਨ ਦੇ ਲਈ ਕੱਲ ਮਤਾ ਜਿਹੜਾ ਉਹ ਪਾਇਆ ਗਿਆ ਜਿਹੜਾ ਕਿ ਇਵੈਂਚੁਅਲੀ ਫੇਲ ਹੋ ਗਿਆ। ਕੁਛ ਡੈਮੋਕ੍ਰੇਟਸ, ਕੁਛ ਰਿਪਬਲਿਕਨਸ, ਜਿਹੜੇ ਡੈਮੋਕ੍ਰੇਟਸ ਦੇ ਨਾਲ ਰਲ ਕੇ ਜਿਹੜੇ ਕੁਛ ਰਿਪਬਲਿਕਨਸ ਆ ਉਹਨਾਂ ਨੇ ਸੈਂਸਰ ਕਰਨ ਤੋਂ ਨਾ ਕਰ ਦਿੱਤਾ। ਸੈਂਸਰ ਕਰਨ ਦਾ ਮਤਲਬ ਹੁੰਦਾ ਵੀ ਕੋਈ ਜਿਹੜਾ ਰਿਪਰੈਜ਼ੈਂਟੇਟਿਵ ਆ ਉਸ ਬਾਬਤ ਜਿਹੜੀ ਉਹ ਗੱਲਬਾਤ ਪਬਲਿਕਲੀ ਨਹੀਂ ਕਰ ਸਕਦੇ, ਪਰ ਜਿਹੜੇ ਸਦਨ ਨੇ ਉਹਨਾਂ ਨੂੰ ਇਸ ਚੀਜ਼ ਤੋਂ ਰੋਕਤਾ। ਲੂਜ਼ੀਆਨਾ ਦਾ ਇੱਕੋ ਇੱਕ ਰਿਪਰੈਜ਼ੈਂਟੇਟਿਵ ਸੀ ਜਿਸ ਨੇ ਐਪਸਟੀਨ ਮਾਮਲੇ ਦੇ ਵਿੱਚ ਉਲਟ ਵੋਟ ਪਾਈ। ਕੱਲ ਸਰਬਸੰਮਤੀ ਦੇ ਨਾਲ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਤੇ ਸੈਨੇਟ ਦੇ ਵਿੱਚ ਤਾਂ ਜਿਹੜੀ ਆ ਉਹਨਾਂ ਨੂੰ ਉੱਦਾਂ ਹੀ ਜਿਹੜੀ ਮੈਜੋਰਿਟੀ ਮਿਲ ਗਈ, ਵੋਟ ਵੀ ਇੱਕ ਹਿਸਾਬ ਦੇ ਨਾਲ ਕਰਾਉਣ ਦੀ ਜਿਹੜੀ ਉਹ ਲੋੜ ਨਹੀਂ ਪਈ ਹੈਗੀ। ਸੋ ਡਿਪਾਰਟਮੈਂਟ ਆਫ ਜਸਟਿਸ ਕਿਹੜੇ ਦਸਤਾਵੇਜ਼ ਜਿਹੜੇ ਆ ਉਹ ਕੱਢੂਗਾ ਬਾਹਰ, ਇਹਨਾਂ ਵਿੱਚ ਹੋਰ ਕੀ ਖੁਲਾਸੇ ਹੋਣਗੇ, ਇਹ ਹੁਣ ਹਰ ਇੱਕ ਦੀ ਨਜ਼ਰ ਇਸ ਦੇ ਵਿੱਚ ਬਣੀ ਹੋਈ ਸੀ। ਕਈ ਕਹਿ ਰਹੇ ਆ ਜਿਹੜੇ ਕ੍ਰਿਟਿਕ ਆ ਟਰੰਪ ਹੁਣਾਂ ਦੇ, ਉਹ ਕਹਿ ਰਹੇ ਆ ਵੀ ਟਰੰਪ ਹੁਣਾਂ ਨੂੰ ਆਸ ਸੀਗੀ ਵੀ ਸੈਨੇਟ ਵਾਲੇ ਕੋਈ ਨਾ ਕੋਈ ਅੜਿੱਕਾ ਜਿਹੜਾ ਉਹਨਾਂ ਦੇ ਲਈ ਜਿਹੜਾ ਉਹ ਡਾਹ ਸਕਦੇ ਆ, ਮਤਲਬ ਵੀ ਇਹਨਾਂ ਨੂੰ ਰੋਕ ਸਕਦੇ ਆ ਵੀ ਕੁਛ ਅਮੈਂਡਮੈਂਟ ਇਸ ਦੇ ਵਿੱਚ ਕਰਵਾਉਣ ਦੇ ਲਈ। ਪਰ ਇਸ ਟਾਈਮ ਜੋ ਪਬਲਿਕ ਦੀ ਮੰਗ ਸੀ, ਡਿਮਾਂਡ ਸੀ, ਉਸ ਦੇ ਮੋਹਰੇ ਸਾਰੇ ਹੀ ਸਿਆਸਤਦਾਨਾਂ ਨੂੰ ਜਿਹੜਾ ਉਹ ਝੁਕਣਾ ਪੈ ਗਿਆ ਤੇ ਐਪਸਟੀਨ ਫਾਈਲਸ ਜਿਹੜੀਆਂ ਉਹ ਜਨਤਕ ਕਰਨ ਦੇ ਲਈ ਉਹ ਹੁਣ ਪਹੁੰਚ ਚੁੱਕਾ ਆ। ਰਾਸ਼ਟਰਪਤੀ ਟਰੰਪ ਅੱਜ ਇਸ ਬਾਬਤ ਕਦੋਂ ਸਾਈਨ ਕਰਦੇ ਆ? ਚੁੱਪ ਚਪੀਤੇ ਕਰਦੇ ਆ ਜਾਂ ਜਿੱਦਾਂ ਇਹ ਪੂਰਾ ਤਾਮ ਝਾਮ ਦੇ ਨਾਲ, ਲਾਮ ਲਕਸ਼ਰ ਦੇ ਨਾਲ ਕਰਦੇ ਹੁੰਦੇ ਆ ਜਿਹੜੇ ਆਪਣੇ ਪ੍ਰੈਸ ਵਾਲੇ ਆ ਉਹਨਾਂ ਦੇ ਮੋਹਰੇ ਕਰਦੇ ਆ, ਉਹ ਦੇਖਣ ਵਾਲੀ ਗੱਲ ਆ। ਪਰ ਹਾਲ ਦੀ ਘੜੀ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ, ਪੱਤਰਕਾਰਾਂ ਨੂੰ ਬੁਰਾ ਭਲਾ ਜਿਹੜਾ ਬੋਲਣ ਤੋਂ ਲੈ ਕੇ ਨਾ ਜਿਹੜੇ ਸਵਾਲਾਂ ਦੇ ਜਿਹੜੇ ਉਹ ਜਵਾਬ ਦੇਣ ਵੱਲ ਨੂੰ ਹੀ ਅਜੇ ਤਰਜੀਹ ਆ ਰਾਸ਼ਟਰਪਤੀ ਟਰੰਪ ਦੀ ਇਸ ਮਾਮਲੇ ਦੇ ਵਿੱਚ ਚੱਲ ਰਹੀ ਆ। ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਈਮੇਲ ਸਾਹਮਣੇ ਆਈਆਂ ਸੀ ਉਹਨਾਂ ਵਿੱਚ ਰਾਸ਼ਟਰਪਤੀ ਟਰੰਪ ਦੇ ਬਾਰੇ ਇਹ ਆਖਿਆ ਗਿਆ ਸੀ ਐਪਸਟੀਨ ਦੀ ਆਪਣੀ ਈਮੇਲ ਦੇ ਵਿੱਚ ਵੀ ਉਹਨੇ ਵਿਕਟਮ ਦੇ ਨਾਲ ਕਈ ਘੰਟੇ ਉਸਦੇ ਘਰ ਦੇ ਵਿੱਚ ਜਿਹੜੇ ਉਹ ਗੁਜ਼ਾਰੇ ਹੈਗੇ ਆ। ਸੋ ਅੱਗੇ ਕੀ ਬਣਦਾ ਆ, ਕਿਵੇਂ ਇਹ ਮਾਮਲਾ ਅਨਫੋਲਡ ਹੁੰਦਾ ਆ, ਇਹ ਦੇਖਣ ਵਾਲੀ ਗੱਲ ਆ। ਅਜੇ ਵੀ ਜਿਹੜੇ ਹਾਊਸ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਵਿੱਚੋਂ
ਹਾਊਸ ਦੇ ਜਿਹੜੇ ਸਪੀਕਰ ਆ ਮਾਈਕ ਜੌਨਸਨ ਵਿੱਚ ਜਿਹੜੇ ਉਹ ਕਹਿੰਦੇ ਨਜ਼ਰ ਆਏ ਸੀਗੇ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਫਾਈਲਸ ਨੂੰ ਰਿਲੀਜ਼ ਕਰਨ ਦੇ ਨਾਲ ਬੜੇ ਇਨੋਸੈਂਟ ਲੋਕ ਜਿਹੜੇ ਉਹ ਫਸ ਜਾਣਗੇ। ਯਾਰ ਜਿਹੜਾ ਕੋਈ ਪੈਡੋਫਾਈਲ ਉਹ ਇਨੋਸੈਂਟ ਕਿੱਦਾਂ ਹੋ ਸਕਦਾ? ਜਿਹੜੇ ਸੈਕਸ ਟ੍ਰੈਫਿਕਿੰਗ ਦੇ ਵਿੱਚ ਜਾਂ ਇਸ ਰਿੰਗ ਦੇ ਵਿੱਚ ਇਨਵੋਲਵ ਸੀਗੇ ਉਹ ਫਿਰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਦੁੱਧ ਧੋਤੇ ਹੋ ਜਾਣਗੇ? ਇਹ ਗੱਲ ਜਿਹੜੀ ਉਹ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ। ਕੱਲ ਜਿਹੜੇ ਐਪਸਟੀਨ ਜਿਹੜਾ ਸੈਕਸ ਅਫੈਂਡਰ ਉਸ ਦੇ ਪੀੜਤ ਪਰਿਵਾਰ ਜਿਹੜੇ ਪੀੜਤਾ ਸੀਗੀਆਂ ਉਹਨਾਂ ਦੇ ਪਰਿਵਾਰਾਂ ਵੱਲੋਂ ਗੁਹਾਰ ਲਾਈ ਗਈ ਸੀ ਸਾਰਿਆਂ ਨੂੰ ਵੀ ਭਾਈ ਇਸ ਨੂੰ ਜਲਦ ਤੋਂ ਜਲਦ ਪਾਸ ਕਰੋ, ਤੇ ਉਹ ਹੁਣ ਦੋਨਾਂ ਸਦਨਾਂ ਨੇ ਕਰ ਦਿੱਤਾ ਆ। ਹੁਣ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਕਦੋਂ ਸਾਈਨ ਕਰਦੇ ਆ ਉਹ ਦੇਖਣਾ ਹੋਊਗਾ, ਤੇ ਸਾਈਨ ਕਰਨ ਤੋਂ ਬਾਅਦ ਡਿਪਾਰਟਮੈਂਟ ਆਫ ਜਸਟਿਸ ਕਦੋਂ ਤੱਕ ਇਹ ਦਸਤਾਵੇਜ਼ ਰਿਲੀਜ਼ ਕਰੂਗਾ ਇਹ ਜਿਹੜੀ ਉਹ ਦੇਖਦੇ ਆ। ਇਹਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਵੱਡੇ ਵੱਡੇ ਧੁਰੰਦਰ ਆ ਉਹ ਵੀ ਡਿੱਗਣੇ ਜਿਹੜੇ ਉਹ ਸ਼ੁਰੂ ਹੋਏ ਨੇ। ਲੈਰੀ ਸਮਰਜ਼ ਕਹਿੰਦੇ ਵੀ ਉਹਨਾਂ ਨੂੰ ਹੁਣ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਆ ਓਪਨ AI ਦੇ ਬੋਰਡ ਦੇ ਉੱਤੋਂ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਲੈਰੀ ਸਮਰਜ਼ ਦਾ ਨਾਮ ਵੀ ਜਿਹੜੀ ਐਪਸਟੀਨ ਫਾਈਲਸ ਦੇ ਵਿੱਚ ਹਰਜੋਤ ਸਿੰਘ ਜੀ ਆਇਆ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਜਿਹੜੇ ਉਹਨਾਂ ਨੂੰ ਓਪਨ AI ਦੇ ਜਿਹੜੇ ਬੋਰਡ ਆ ਉਸ ਤੋਂ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਹੈਗਾ ਆ। ਇਸ ਤੋਂ ਇਲਾਵਾ ਹੋਰ ਵੀ ਕਾਫੀ ਨਾਮ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਆਏ ਸੀ, ਦੇਖਦੇ ਆ ਕੀ ਹੁੰਦਾ। ਕਹਿੰਦੇ ਵੀ ਸਪੌਟਲਾਈਟ ਦੇ ਵਿੱਚ ਇਹ ਆ ਗਿਆ ਸੀਗਾ ਲੈਰੀ ਸਮਰਜ਼। ਐਪਸਟੀਨ ਸਟੇਟ ਦੇ ਜਿਹੜੇ 20,000 ਡਾਕੂਮੈਂਟ ਰਿਲੀਜ਼ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ। ਉਧਰ ਹਾਰਵਰਡ ਦਾ ਇਹ ਜਿਹੜਾ ਪੜ੍ਹਿਆ ਆ ਇਹ ਸਾਬਕਾ ਟ੍ਰੈਜਰੀ ਸਕੱਤਰ ਵੀ ਰਿਹਾ ਆ, ਤੇ ਹਾਰਵਰਡ ਯੂਨੀਵਰਸਿਟੀ ਦਾ ਸਾਬਕਾ ਪ੍ਰੈਜ਼ੀਡੈਂਟ ਵੀ ਰਿਹਾ ਆ, ਤੇ ਬੋਰਡ ਆਫ ਡਾਇਰੈਕਟਰ ਤੋਂ ਇਹ ਰਿਜ਼ਾਈਨ ਕਰ ਚੁੱਕਾ ਆ। ਤੇ ਹਾਰਵਰਡ ਨੇ ਜਿਹੜੀ ਇਸ ਦੇ ਵਿੱਚ ਇੰਟਰਨਲ ਇਨਵੈਸਟੀਗੇਸ਼ਨ ਆ ਉਹ ਚਾਲੂ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਨਵੰਬਰ 2023 ਦੇ ਵਿੱਚ ਓਪਨ AI ਜਿਹੜੀ ਇਸ ਟਾਈਮ ਕਹਿ ਸਕਦੇ ਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਟੌਪ ਦੀ ਕੰਪਨੀ ਆ, ਉਹਦੇ ਬੋਰਡ ਨੂੰ ਇਸ ਨੇ 2023 ਦੇ ਵਿੱਚ ਜੁਆਇਨ ਕੀਤਾ ਸੀ। ਇਹ ਸਾਬਕਾ ਰਾਸ਼ਟਰਪਤੀ ਓਬਾਮਾ ਹੋਣਾ ਦਾ ਟੌਪ ਦਾ ਇਕਨੋਮਿਕ ਐਡਵਾਈਜ਼ਰ ਵੀ ਰਹਿ ਚੁੱਕਾ ਆ। ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਅੰਡਰ ਇਹ ਟ੍ਰੈਜਰੀ ਸਕੱਤਰ ਜਿਹੜਾ ਆ ਉਹ ਵੀ ਰਹਿ ਚੁੱਕਾ ਆ, ਤੇ ਹੁਣ ਇਹ ਅਸਤੀਫਾ ਜਿਹੜਾ ਆ ਓਪਨ AI ਦੇ ਬੋਰਡ ਤੋਂ ਜਿਹੜਾ ਉਹ ਦੇ ਚੁੱਕਾ ਹੈਗਾ ਆ। ਲੈਰੀ ਸਮਰਜ਼ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਬਕਾ ਟ੍ਰੇਜਰ ਸੈਕਟਰੀ ਆ, ਸਾਬਕਾ ਪ੍ਰੈਜ਼ੀਡੈਂਟ ਰਹੇ ਆ ਹਾਰਵਰਡ ਯੂਨੀਵਰਸਿਟੀ ਦੇ, ਹਜੇ ਸਟਿਲ ਟੀਚ ਕਰਦੇ ਆ ਉੱਥੇ। ਤੇ ਓਪਨ AI ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਬੋਰਡ ਆਫ ਡਾਇਰੈਕਟਰ ਆ। ਸੋ ਉਹਨਾਂ ਨੇ ਕਿਹਾ ਵੀ ਮੈਂ ਇਹ ਜਿਹੜਾ ਪਬਲਿਕ ਕਮਿਟਮੈਂਟ ਤੋਂ ਪਰੇ ਜਾ ਰਿਹਾ ਹੈਗਾ, ਤੇ ਮੈਂ ਇਸ ਬੋਰਡ ਦੇ ਵਿੱਚੋਂ ਰਿਜ਼ਾਈਨ ਕਰਨ ਜਾ ਰਿਹਾ, ਇਹ ਮੈਂ ਡਿਸੀਜਨ ਲੈ ਲਿਆ ਹੈਗਾ। ਤੇ ਕਹਿੰਦੇ ਵੀ ਮੈਨੂੰ ਓਪਰਚੁਨਿਟੀ ਮਿਲੀ ਸੀ, ਤੇ ਇਹਦੇ ਵਿੱਚ ਮੈਂ ਜੋ ਕਰ ਸਕਦਾ ਸੀ ਉਹ ਕੀਤਾ। ਪਰ ਕਲਾਸਿਸ ਕਹਿੰਦੇ ਹਜੇ ਵੀ ਮੈਂ ਹਾਰਵਰਡ ਯੂਨੀਵਰਸਿਟੀ ਟੀਚ ਕਰਦਾ ਰਹੂੰਗਾ, ਪਰ ਹਾਰਵਰਡ ਯੂਨੀਵਰਸਿਟੀ ਨੇ ਵੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। 20,000 ਤੋਂ ਵੱਧ ਜਿਹੜੇ ਡਾਕੂਮੈਂਟਸ ਹੈਗੇ ਜਿਨ੍ਹਾਂ ਦੇ ਵਿੱਚ ਲੈਰੀ ਸਮਰਜ਼ ਦਾ ਨਾਂ ਆਉਂਦਾ ਹੈਗਾ। 2001 ਤੋਂ 2026 ਤਾਈਂ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਲੈਰੀ ਸਮਰਜ਼ ਰਹੇ ਹੈਗੇ ਆ। ਸਟੂਡੈਂਟ ਨਿਊਜ਼ਪੇਪਰ ਉੱਥੇ ਯੂਨੀਵਰਸਿਟੀ ਦਾ ਦਾ ਕ੍ਰਿਮਸਨ ਉਹਨਾਂ ਦੇ ਇੱਕ ਸਪੋਕਸਮੈਨ ਆ ਜੋਨਾਥਨ ਸਵੇਨ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਹਾਰਵਰਡ ਯੂਨੀਵਰਸਿਟੀ 'ਚ ਜਿਹੜੇ ਲੋਕ ਇਨਵੋਲਵ ਆ, ਇੱਦਾਂ ਦੇ ਪ੍ਰੋਫੈਸਰ ਆ ਟੀਚ ਕਰਦੇ, ਉਹ ਅਸੀਂ ਜਿਹੜਾ ਆ ਨਹੀਂ ਬਰਦਾਸ਼ਤ ਕਰਾਂਗੇ। ਸੋ ਉਸ ਨੂੰ ਅਸੀਂ ਇਵੈਲੂਏਟ ਕਰਾਂਗੇ ਕਿਹੜੇ ਉਹਨਾਂ ਦੇ ਐਕਸ਼ਨ ਸੀਗੇ। ਸੋ ਇਹ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ। ਸੋ ਪਹਿਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਨੌਕਆਊਟ ਹੋਏ ਹੈਗੇ ਉਹ ਲੈਰੀ ਸਮਰਜ਼ ਆ। ਸੋ ਇੱਕ ਬਹੁਤ ਵੱਡਾ ਜਿਹੜਾ ਦੁਨੀਆ ਦਾ ਆਪਾਂ ਕਹਿ ਸਕਦੇ ਸਕੈਂਡਲ ਆ, ਵਨ ਆਫ ਦਾ ਬਿਗੇਸਟ ਸਕੈਂਡਲ ਆ ਪੂਰੇ ਵਰਲਡ ਦੇ ਵਿੱਚ ਜੇ ਦੇਖਿਆ ਜਾਵੇ, ਕਿਉਂਕਿ ਇਹਦੇ ਵਿੱਚ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਲੋਕ ਜਿਹੜੇ ਆ ਉਹ ਏਦਾਂ ਦੇ ਜਿਹੜੇ ਸੈਕਸ ਅਫੈਂਡਰ ਆ ਜੋ ਜੈਫਰੀ ਐਪਸਟੀਨ ਆ ਉਹਦੇ ਨਾਲ ਪੂਰੀ ਤਰ੍ਹਾਂ ਇਨਵੋਲਵ ਸੀ। ਜਿੱਥੋਂ ਤੱਕ ਕਿ ਇੰਡੀਆ ਦੇ ਹਰਦੀਪ ਪੁਰੀ ਵਰਗੇ ਵੀ, ਇੰਗਲੈਂਡ ਦੇ ਕਿੰਗ ਜਿਹੜੇ ਐਂਡਰਿਊ ਵਰਗੇ, ਸੋ ਅਮਰੀਕਾ ਦੇ ਤਾਂ ਲਗਭਗ ਸਾਰੇ ਪੋਲੀਟੀਸ਼ੀਅਨ, ਚਾਹੇ ਉਹ ਕਲਿੰਟਨ ਸੀ, ਐਲ ਗੋਰ ਸੀ, ਪ੍ਰੈਜ਼ੀਡੈਂਟ ਡੋਨਾਲਡ ਟਰੰਪ, ਬਹੁਤ ਜ਼ਿਆਦਾ ਜਿਹੜੇ ਪੋਲੀਟੀਸ਼ੀਅਨ ਆ ਉਹ ਇਹਦੇ ਵਿੱਚ ਇਨਵੋਲਵ ਸੀ। ਆਪਾਂ ਕਹਾਂਗੇ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਵਾਟਰਗੇਟ ਤੋਂ ਵੀ ਵੱਡਾ ਸਕੈਂਡਲ ਆ ਇਹ ਜਿਹੜਾ ਆ ਮੌਜੂਦਾ ਰਾਸ਼ਟਰਪਤੀ, ਸਿਟਿੰਗ ਰਾਸ਼ਟਰਪਤੀ ਤੇ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ, ਉਹਨਾਂ ਦੇ ਨਾਮ ਜਿਹੜੇ ਇਸ ਦੇ ਵਿੱਚ ਆ ਰਹੇ ਆ, ਤੇ ਲੋਕ ਮੈਂ ਕਹਿੰਦਾ ਵੀ ਹਜਮ ਕਰੀ ਜਾ ਰਹੇ ਆ ਗੱਲਾਂ ਨੂੰ। ਚਲੋ ਫਿਰ ਵੀ ਚੰਗੇ ਆ ਲੋਕ ਵੀ ਰੌਲਾ ਪਾ ਰਹੇ ਆ ਇਸ ਦੇ ਵਿੱਚ, ਪਬਲਿਕ ਜਨਤਕ ਜਾਣਕਾਰੀ ਜਿਹੜੀ ਉਹ ਕਢਾਉਣ ਦੇ ਲਈ ਦਬਾਅ ਜਿਹੜਾ ਉਹਨਾਂ ਨੇ ਸਿਆਸਤਦਾਨਾਂ ਦੇ ਉੱਤੇ ਪਾਇਆ ਆ, ਉਹ ਬਹੁਤ ਵਧੀਆ ਉਪਰਾਲਾ ਆ ਲੋਕਾਂ ਦਾ। ਉਹਦੇ ਪ੍ਰੈਸ਼ਰ ਦੇ ਨਾਲ ਹੀ ਇਹ ਸਾਰਾ ਕੁਝ
ਵਾਪਰਿਆ ਆ, ਉਸ ਦਬਾਅ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਆ। ਪਰ ਸਿਟਿੰਗ ਪ੍ਰੈਜ਼ੀਡੈਂਟ ਦਾ ਇੱਕ ਸੈਕਸ ਅਫੈਂਡਰ, ਸੈਕਸ ਰਿੰਗ ਦੇ ਵਿੱਚ ਨਾਮ ਆਉਣਾ, ਵਿਕਟਮਸ ਦੇ ਨਾਲ ਸਮਾਂ ਜਿਹੜਾ ਉਹ ਗੁਜ਼ਾਰਨਾ, ਸਾਬਕਾ ਰਾਸ਼ਟਰਪਤੀ, ਇੱਥੋਂ ਤੱਕ ਕਿ ਉਹ ਈਮੇਲਾਂ ਦੇ ਵਿੱਚ ਤਾਂ ਹੁਣ ਬੰਦਾ ਕਈ ਵਾਰੀ ਔਨ ਏਅਰ ਉਹ ਗੱਲਾਂ ਕਹਿ ਨਹੀਂ ਸਕਦਾ, ਜਿਹੜੀਆਂ ਚੀਜ਼ਾਂ ਉਹਨਾਂ ਨੇ ਉਹਦੇ ਵਿੱਚ ਦੱਸੀਆਂ। ਬਿਲ ਕਲਿੰਟਨ ਤੇ ਟਰੰਪ ਹੁਣਾਂ ਦੇ ਆਪਸ ਦੇ ਵਿੱਚ ਉਹਨੂੰ ਲੈ ਕੇ ਕਈ ਜਿਹੜੀਆਂ ਕਿਆਸ ਰਹੀਆਂ ਆ ਉਹ ਛੇੜ ਦਿੱਤੀਆਂ ਆ। ਔਰ ਕਈ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਸੋ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਸਕੈਂਡਲਸ ਦੇ ਵਿੱਚੋਂ ਇੱਕ ਇਸ ਮੌਕੇ ਜਿਹੜੀਆਂ ਐਪਸਟੀਨ ਫਾਈਲਸ, ਐਪਸਟੀਨ ਸੈਕਸ ਅਫੈਂਡਰ ਤੇ ਸੈਕਸ ਰਿੰਗ, ਸੈਕਸ ਟ੍ਰੈਫਿਕਿੰਗ ਦਾ ਜਿਹੜਾ ਇਹ ਚੱਲ ਰਿਹਾ ਆ, ਉਸ ਬਾਰੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। ਤੇ ਪਤਾ ਨਹੀਂ ਇਸ ਦਾ ਕਿਸ ਤਰੀਕੇ ਦੇ ਨਾਲ ਨਤਾਰਾ ਜਿਹੜਾ ਉਹ ਹੋਣਾ ਆ। ਲੋਕ ਵਾਚ ਕਰ ਰਹੇ ਆ, ਲੋਕ ਦੇਖ ਰਹੇ ਆ ਵੀ ਕੌਣ ਅਸਲ ਦੇ ਵਿੱਚ ਜੋ ਕਹਿ ਰਿਹਾ ਆ ਤੇ ਕੀ ਹੈਗਾ ਆ ਇਹਦੇ ਵਿੱਚ ਜਿਹੜਾ ਉਹ ਹੋਊਗਾ। ਸੋ ਹਰਜੋਤ ਸਿੰਘ ਜੀ, ਉੱਦਾਂ ਦੇਖਿਆ ਜਾਵੇ ਜਿਹੜੇ ਕਾਂਗਰਸਮੈਨ ਜਿਨ੍ਹਾਂ ਨੇ ਬਾਈਪਾਰਟੀਜਨ ਨੇ ਜਿਹੜਾ ਬਿੱਲ ਲਿਆਂਦਾ ਸੀਗਾ, ਇੱਕ ਰਿਪਬਲਿਕਨ ਤੇ ਇੱਕ ਜਿਹੜੇ ਡੈਮੋਕ੍ਰੇਟ ਆ, ਉਹਨਾਂ ਦੇ ਇਸ ਬਿੱਲ ਲਿਆਉਣ ਤੋਂ ਬਾਅਦ ਦੇ ਵਿੱਚ ਹੀ ਇਹ ਸਾਰਾ ਮਾਮਲਾ ਜਿਹੜਾ ਉਹ ਅੱਗੇ ਤੋਂ ਅੱਗੇ ਵਧਿਆ। ਰਿਪਬਲਿਕਨਸ ਨੇ ਨਾ ਨੁੱਕਰ ਕਰਦੇ ਰਹੇ ਬੜਾ ਚਿਰ। ਇਹਨਾਂ ਨੇ ਇੱਕ ਨਵੀਂ ਜਿਹੜੀ ਚੁਣੀ ਗਈ ਸੀਗੀ ਐਰੀਜ਼ੋਨਾ ਤੋਂ ਰਿਪਰੈਜ਼ੈਂਟੇਟਿਵ, ਉਹਨੂੰ ਸਹੁੰ ਨਹੀਂ ਚੁਕਾਈ। ਫਿਰ ਜਦੋਂ ਹੁਣ ਸ਼ਟ ਡਾਊਨ ਆ ਗਿਆ, ਸਹੁੰ ਚੁੱਕ ਹੋ ਗਈ, ਫਿਰ ਉਹਨੇ ਸਾਈਨ ਕਰਤੇ, ਫਿਰ ਅੱਗੇ ਵਧਿਆ, ਫਿਰ ਜਿਹੜੀ ਉਹ ਰੋਕ ਟੋਕ ਲਾਈ। ਟਰੰਪ ਹੁਣਾਂ ਨੇ ਬੜੀਆਂ ਇਸ ਦੇ ਵਿੱਚ ਲੱਤਾਂ ਜਿਹੜੀਆਂ ਫਸਾਈਆਂ ਵੀ ਨਾ ਭਾਈ ਆਪਾਂ ਇਹਨੂੰ ਰਿਲੀਜ਼ ਨਹੀਂ ਕਰਨਾ। ਫਿਰ ਲੋਕਾਂ ਦੇ ਦਬਾਅ ਅਧੀਨ ਆ ਕੇ ਜਿਹੜਾ ਇਵੈਂਚੁਅਲੀ ਇਹਨਾਂ ਨੂੰ ਰਿਲੀਜ਼ ਕਰਨਾ ਪੈ ਗਿਆ, ਕਰਨਾ ਪੈ ਰਿਹਾ ਆ। ਹੁਣ ਅਜੇ ਦੇਖੋ ਕਿ ਟਰੰਪ ਹੁਣੇ ਵੀਟੋ ਨਾ ਕਰ ਦੇਣ, ਘੱਟ ਚਾਂਸ ਆ ਉੱਦਾਂ, ਪਰ ਕੀ ਹੁੰਦਾ ਆ। ਪਰ ਦੁਨੀਆ ਦਾ ਸਭ ਤੋਂ ਵੱਡੇ ਜਿਹੜੇ ਸਕੈਂਡਲਸ ਦੇ ਵਿੱਚੋਂ ਇੱਕ, ਜਿਸ ਦੇ ਵਿੱਚ ਟੌਪ ਦੇ ਜਿਹੜੇ ਸੋ ਕਾਲਡ ਸਿਆਸਤਦਾਨ ਨੇਤਾ ਆ, ਉਹ ਇੱਥੇ ਇਸ ਦੇ ਵਿੱਚ ਇਨਵੋਲਵ ਨਜ਼ਰ ਆ ਰਹੇ ਹੈਗੇ ਆ। ਜੀ। ਅਗਲੀ ਖਬਰ ਵੱਲ ਚਲੀਏ। ਰਸ਼ੀਆ ਨੇ ਇੱਕ ਵਾਰੀ ਫੇਰ ਬਹੁਤ ਵੱਡਾ ਅਟੈਕ ਆ ਯੂਕਰੇਨ ਦੇ ਉੱਤੇ ਕੀਤਾ ਆ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ 20 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਤੇ ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ ਹੈਗੇ ਆ। ਵੈਸਟਰਨ ਸਿਟੀ ਆਫ ਟਰਨੋਪਿਲ ਜਿੱਥੇ ਮਿਜ਼ਾਈਲ ਦੇ ਨਾਲ ਇੱਕ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਉੱਤੇ ਅਟੈਕ ਰਸ਼ੀਆ ਵੱਲੋਂ ਕੀਤਾ ਗਿਆ ਹੈਗਾ। 66 ਲੋਕਾਂ ਦੇ ਜ਼ਖਮੀ ਹੋਣ ਦੀ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ। ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਰਸ਼ੀਆ ਨੇ ਮੇਜਰ ਆਫੈਂਸਿਵ ਪਿਛਲੇ ਰਾਤ ਸ਼ੁਰੂ ਕੀਤਾ। 470 ਤੋਂ ਵੱਧ ਜਿਹੜੇ ਡਰੋਨਸ ਦੇ ਰਾਹੀਂ ਅਟੈਕ ਕੀਤੇ ਗਏ। 48 ਦੇ ਕਰੀਬ ਜਿਹੜੀਆਂ ਮਿਜ਼ਾਈਲਸ ਆ ਉਹ ਛੱਡੀਆਂ ਗਈਆਂ ਤੇ ਉਹਨਾਂ ਨੇ ਕਿਹਾ ਵੀ એનર્ਜੀ, ਟਰਾਂਸਪੋਰਟ, ਸਿਵਲੀਅਨ ਇਨਫਰਾਸਟ੍ਰਕਚਰ, ਇਹ ਸਾਰਿਆਂ ਦੇ ਉੱਤੇ ਜਿਹੜਾ ਕਾਫੀ ਵੱਡਾ ਜਿਹੜਾ ਅਸਰ ਪਿਆ ਹੈਗਾ। ਸੋ ਜ਼ੈਲੈਂਸਕੀ ਹੁਣੀ ਇਹ ਕਿਹਾ ਵੀ ਡਿਪਲੋਮੇਸੀ ਨੂੰ ਦੁਬਾਰਾ ਕੀ ਸਟਾਰਟ ਕਰਨਾ ਚਾਹੀਦਾ ਹੈਗਾ ਕਿਉਂਕਿ ਪਿਛਲੇ ਦਿਨਾਂ ਤੋਂ ਲੱਗਦਾ ਕੋਈ ਵੀ ਐਕਟੀਵਿਟੀ ਕਿਸੇ ਪਾਸਿਓਂ ਨਹੀਂ ਹੋ ਰਹੀ ਸੀ। ਜ਼ੈਲੈਂਸਕੀ ਉਹਨਾਂ ਦੇ ਉੱਤੇ ਇੱਕ ਕਰਪਸ਼ਨ ਸਕੈਂਡਲ ਵੀ ਹੁਣ ਕਾਫੀ ਚੱਲ ਰਿਹਾ ਹੈਗਾ। ਕਹਿੰਦੇ ਵੀ ਇਹ ਇੱਕ ਬਿਗੇਸਟ ਪੋਲੀਟੀਕਲ ਚੈਲੰਜ ਹੈਗਾ ਜ਼ੈਲੈਂਸਕੀ ਨੂੰ। ਯੂਐਸ ਮਿਲਟਰੀ ਆਫੀਸ਼ੀਅਲ ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਡੈਨੀਅਲ ਡ੍ਰਿਸਕਲ ਜੋ ਆਰਮੀ ਦੇ ਸੈਕਟਰੀ ਹੈਗੇ ਆ, ਉਹ ਕੀਵ ਦੇ ਵਿੱਚ ਅੱਜ ਸਵੇਰੇ ਪਹੁੰਚੇ ਹੈਗੇ ਆ ਤੇ ਯੂਕਰੇਨੀਅਨ ਆਫੀਸ਼ੀਅਲਸ ਦੇ ਨਾਲ ਗੱਲਬਾਤ ਕਰਨਗੇ ਕਿਸ ਤਰ੍ਹਾਂ ਜਿਹੜੀ ਇਸ ਜੰਗ ਨੂੰ ਖਤਮ ਕੀਤਾ ਜਾ ਸਕੇ। ਸੋਸ਼ਲ ਮੀਡੀਆ ਦੇ ਉੱਤੇ ਐਂਡਰੀਏ ਯਰਮਰਕ ਜ਼ੈਲੈਂਸਕੀ ਉਹਨਾਂ ਦੇ ਚੀਫ ਆਫ ਸਟਾਫ ਹੈਗੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਅਮਰੀਕਨ ਪਾਰਟਨਰਸ ਦੇ ਨਾਲ ਰਲ ਕੇ ਰਸ਼ੀਆ ਦਾ ਜਿਹੜਾ ਅਗਰੈਸ਼ਨ ਆ ਯੂਕਰੇਨ ਦੇ ਅਗੇਂਸਟ ਉਸ ਨੂੰ ਖਤਮ ਕਰਨ ਵੱਲ ਜਾ ਰਹੇ ਹੈਗੇ ਆ ਤੇ ਅਸੀਂ ਸੋਚ ਰਹੇ ਹਾਂ ਵੀ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਜਿਹੜੀ ਸ਼ਾਂਤੀ ਆ ਉੱਥੇ ਲਿਆਂਦੀ ਜਾ ਸਕੇ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਾਫੀ ਕੁਝ ਜਿਹੜੀਆਂ ਫੋਟੋਜ਼ ਆ ਉਹ ਦਿਖਾਈਆਂ ਗਈਆਂ ਵੀ ਕਿਸ ਤਰ੍ਹਾਂ ਲੋਕਾਂ ਦੀਆਂ ਬੋਡੀਜ਼ ਪਈਆਂ ਹੈਗੀਆਂ ਤੇ ਕਾਫੀ ਵੱਡਾ ਜਿਹੜਾ ਅਟੈਕ ਆ ਉਹ ਰਸ਼ੀਆ ਵੱਲੋਂ ਕੀਤਾ ਗਿਆ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲਿੰਡਸੀ ਹੈਲੀਗਨ, ਜਿਹਨੂੰ ਰਾਸ਼ਟਰਪਤੀ ਟਰੰਪ ਨੇ ਯੂਐਸ ਅਟਾਰਨੀ ਦੇ ਤੌਰ ਦੇ ਉੱਤੇ ਲਿਆਂਦਾ ਸੀਗਾ ਤਾਂ ਜੋ ਜਿਹੜੇ ਸਾਬਕਾ ਐਫਬੀਆਈ ਦੇ ਡਾਇਰੈਕਟਰ ਜੇਮਸ ਕੌਮੀ ਦੇ ਖਿਲਾਫ ਚਾਰजेस ਜਿਹੜੇ ਉਹ ਲਿਆਂਦੇ ਜਾ ਸਕਣ। ਅਦਾਲਤ ਦੇ ਵਿੱਚ ਇਹਨਾਂ ਦਾ ਜਿਹੜਾ ਡਿਫੈਂਸ ਆ ਜਾਂ ਇਹਨਾਂ ਦੀ ਜਿਹੜੀ ਪ੍ਰੋਸੀਕਿਊਸ਼ਨ ਆ ਉਹ ਹਾਲ ਦੀ ਘੜੀ ਹਵਾ ਦੇ ਵਿੱਚ ਉੱਡਦੀ ਨਜ਼ਰ ਆ ਰਹੀ ਆ। ਜੱਜ ਕਾਫੀ ਜ਼ਿਆਦਾ ਇਹਨਾਂ ਨੂੰ ਗ੍ਰਿਲ ਕਰ ਰਹੇ ਨੇ। ਕਹਿੰਦੇ ਵੀ ਕੌਮੀ ਦੀ ਇੰਡਾਈਟਮੈਂਟ ਦੇ ਵਿੱਚ ਬਹੁਤ ਜ਼ਿਆਦਾ ਲੈਪਸ ਜਿਹੜੇ ਆ ਉਹ ਹੋਏ ਆ। ਪ੍ਰੋਸੀਕਿਊਟਰ ਲਿੰਡਸੀ ਹੈਲੀਗਨ ਉਹ ਆਪ ਜਿਹੜੇ ਹੁਣ ਮੰਨ ਰਹੇ ਨੇ ਇਸ ਕੇਸ ਦੇ ਵਿੱਚ ਜਿਹੜੀ ਫੁੱਲ ਗ੍ਰੈਂਡ ਜਿਊਰੀ ਆ, ਉਹਨਾਂ ਨੇ ਕਹਿੰਦੇ ਵੀ ਇੰਡਾਈਟਮੈਂਟ ਦੇਖੀ ਹੀ ਨਹੀਂ ਹੈਗੀ। ਸੋ ਕਹਿੰਦੇ ਵੀ ਇਹ ਇੱਕ ਹੋਰ ਜਿਹੜਾ ਗ੍ਰੈਂਡ ਜਿਊਰਰ ਤੇ 4 ਪਰਸਨ ਆ
ਉਹਨਾਂ ਨੂੰ ਹੀ ਜਿਹੜੀ ਇਹ ਸਿਰਫ ਫਾਈਨਲ ਇੰਡਾਈਟਮੈਂਟ ਜਿਹੜੀ ਉਹ ਦਿਖਾਈ ਗਈ ਸੀਗੀ। ਪੂਰੀ ਗ੍ਰੈਂਡ ਜਿਊਰੀ ਨੂੰ ਇਹ ਜਿਹੜੀ ਇੰਡਾਈਟਮੈਂਟ ਹੀ ਜਿਹੜੀ ਉਹ ਸ਼ੋ ਨਹੀਂ ਕੀਤੀ ਗਈ। ਜਿਹੜੇ ਯੂਐਸ ਦੇ ਅਟਰਨੀ ਹੈਲੀਗਨ, ਉਹਨਾਂ ਨੇ ਟੈਸਟੀਮੋਨੀ ਜਿਹੜੀ ਉਹ ਦਿੰਦੇ ਹੋਏ ਸੋਮਵਾਰ ਨੂੰ ਜੇਮਸ ਕੌਮੀ ਦੇ ਇਸ ਕੇਸ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਆ। ਜੇਮਸ ਕੌਮੀ ਤੇ ਉਹਨਾਂ ਦੇ ਜਿਹੜੇ ਵਕੀਲ ਆ ਉਹ ਇਹ ਮੰਗ ਕਰ ਰਹੇ ਆ ਵੀ ਇਹ ਜਿਹੜੀ ਇੰਡਾਈਟਮੈਂਟ ਆ ਇਸ ਨੂੰ ਅਦਾਲਤ ਤੋਂ ਬਾਹਰ ਸਿੱਟ ਦੇਣਾ ਚਾਹੀਦਾ ਆ, ਕਿਉਂਕਿ ਇਹ ਵਿੰਡਿਕਟਿਵ ਆ, ਯਾਨੀ ਕਿ ਬਦਲਾਖੋਰੂ ਨੀਤੀ ਦੇ ਤਹਿਤ ਇਹਨਾਂ ਦੇ ਉਲਟ ਕੇਸ ਕੀਤਾ ਗਿਆ ਹੈਗਾ ਆ। ਹੈਲੀਗਨ ਜਿਹੜੇ ਉਹ ਕਹਿ ਰਹੇ ਆ ਵੀ ਗ੍ਰੈਂਡ ਜਿਊਰੀ ਨੇ ਓਰੀਜਨਲ ਇੰਡਾਈਟਮੈਂਟ ਜਿਹੜੀ ਆ ਉਹ ਦੇਖੀ ਸੀਗੀ, ਅਤੇ ਜਿਹੜੇ ਕੌਮੀ ਆ ਉਹ ਇਸ ਟਾਈਮ ਕਰੰਟ ਜਿਹੜੇ ਹੈਗੇ ਨੇ ਕੋਰਟ ਡਾਕਟ ਦੇ ਉੱਤੇ ਇਹ ਜਿਹੜਾ ਆ ਉਹ ਰਿਵਿਊ ਨਹੀਂ ਕੀਤਾ ਗਿਆ ਸੀਗਾ ਫੁੱਲ ਗ੍ਰੈਂਡ ਜਿਊਰੀ ਦੇ ਜਿਹੜਾ ਉਹ ਦੁਆਰਾ। ਇਹ ਕਹਿੰਦੇ ਵੀ ਟਰੰਪ ਹੋਣਾ ਨੇ ਜਿਹੜੇ ਇਸ FBI ਦੇ ਸਾਬਕਾ ਡਾਇਰੈਕਟਰ ਨੇ ਕੌਮੀ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਸੀਗਾ, ਤੇ ਪਹਿਲਾਂ ਜਿਹੜੇ ਯੂਐਸ ਅਟਰਨੀ ਐਰਿਕ ਸਾਈਬਰਟ ਸੀ ਉਹਨਾਂ ਉੱਤੇ ਦਬਾਅ ਪਾ ਰਹੇ ਸੀ ਟਰੰਪ ਹੁਣੀ ਵੀ ਇਹਨਾਂ ਦੇ ਖਿਲਾਫ ਤੇ ਜਿਹੜੀ ਨਿਊਯਾਰਕ ਦੀ ਅਟਰਨੀ ਜਨਰਲ ਆ ਉਹਨਾਂ ਖਿਲਾਫ ਚਾਰजेस ਜਿਹੜੇ ਉਹ ਲਿਆਓ। ਉਹਨੇ ਰਜਿਸਟ ਜਿਹੜੇ ਉਹ ਕੀਤਾ ਸੀਗਾ, ਤੇ ਪਰ ਫਿਰ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਫਿਰ ਇਹ ਜਿਹੜੀ ਲਿੰਡਸੀ ਆ ਇਸ ਨੂੰ ਲਿਆਂਦਾ ਗਿਆ ਸੀਗਾ। ਕੌਮੀ ਨੇ ਅਕਤੂਬਰ ਦੇ ਵਿੱਚ ਇਹਨਾਂ ਚਾਰजेस ਨੂੰ ਨਾਟ ਗਿਲਟੀ ਪਲੀ ਕੀਤਾ ਸੀਗਾ। ਕਹਿੰਦੇ ਵੀ ਇੱਕ ਕਾਊਂਟ ਇਸ ਦੇ ਉੱਤੇ ਫਾਲਸ ਸਟੇਟਮੈਂਟ ਦਾ, ਇੱਕ ਕਾਊਂਟ ਹੈਗਾ ਆ obstruction of congressional proceeding ਦਾ, ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਮੂਹਰੇ ਇਸਨੇ ਟੈਸਟੀਮੋਨੀ ਦਿੱਤੀ ਉਸ ਦੇ ਬਾਬਤ। 2020 ਦੇ ਵਿੱਚ ਜਿਹੜੇ ਟਰੰਪ ਹੋਣਾ ਦੇ ਕੈਂਪੇਨ ਜਿਹੜਾ ਉਹ ਕਿਹਾ ਸੀਗਾ ਵੀ ਜਿਹੜੇ ਉਹਦੇ ਸਿਆਸੀ ਵਿਰੋਧੀ ਨੇ ਉਹਨਾਂ ਖਿਲਾਫ ਜਿਹੜਾ ਰੈਟਰੀਬਿਊਸ਼ਨ ਆ ਉਹ ਜਿਹੜੇ ਉਹ ਕਰਨਗੇ। ਤੇ ਉਸ ਟਾਈਮ ਦੇ ਉੱਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੁਣ ਮੌਜੂਦਾ ਨੇ JD ਵੈਂਸ, ਉਹ ਕਹਿੰਦੇ ਸੀਗੇ ਵੀ ਇਦਾਂ ਦੀਆਂ ਜਿਹੜੀਆਂ ਪ੍ਰੋਸੀਕਿਊਸ਼ਨਸ ਆ ਉਹ ਕਾਨੂੰਨ ਦੇ ਆਧਾਰ ਦੇ ਉੱਤੇ ਹੋਣੀਆਂ ਚਾਹੀਦੀਆਂ, ਪੋਲਿਟਿਕਸ ਦੇ ਹਿਸਾਬ ਦੇ ਨਾਲ ਨਹੀਂ। ਸੋ ਹੁਣ ਅਦਾਲਤ ਦੇ ਵਿੱਚ ਗ੍ਰੈਂਡ ਜਿਊਰੀ ਦੇ ਮੂਹਰੇ ਇਹ ਇੰਡਾਈਟਮੈਂਟ ਪੂਰੀ ਤਰ੍ਹਾਂ ਨਾ ਜਿਹੜੀ ਉਹ ਸ਼ੋ ਕਰਨੀ, ਉਹਦੇ ਮਾਮਲੇ ਦੇ ਵਿੱਚ ਜੱਜ ਹੁਣ ਇਹਨਾਂ ਨੂੰ ਚੰਗਾ ਜਿਹੜਾ ਉਹ ਗ੍ਰਿਲ ਕਰ ਰਿਹਾ ਹੈਗਾ। ਜੀ, ਅਗਲੀ ਖਬਰਾਂ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ SGPC ਦਾ YouTube ਚੈਨਲ ਬੰਦ ਕਰ ਦਿੱਤਾ ਗਿਆ ਹੈ। ਕੈਲੀਫੋਰਨੀਆ ਦੇ ਕਈ ਸ਼ਹਿਰਾਂ ਦੇ ਵਿੱਚ ਨਵੰਬਰ ਸਿੱਖ ਅਵੇਅਰਨੈਸ ਮੰਥ ਮਨਾਇਆ ਜਾ ਰਿਹਾ ਹੈਗਾ, ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹੈਗੇ ਆ। ਚਾਈਨਾ ਤੇ ਜਾਪਾਨ ਇੱਕ ਵਾਰੀ ਬਹੁਤ ਦੋਨਾਂ ਦੇ ਵਿਚਾਲੇ ਜਿਹੜੀ ਆ ਜੰਗ ਵਾਲੀ ਸਥਿਤੀ ਬਣੀ ਹੋਈ ਆ ਤਾਈਵਾਨ ਨੂੰ ਲੈ ਕੇ। ਇਹ ਸਾਰਾ ਕੁਝ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਯੂਟਾ ਸਟੇਟ ਦੇ ਵਿੱਚ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸੰਬੰਧ ਦੇ ਵਿੱਚ ਰਿਕੋਗਨਾਈਜ਼ ਕੀਤਾ ਗਿਆ ਸੀ ਸਟੇਟ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ। ਤੇ ਕੱਲ ਦੋ ਹੋਰ ਖਬਰਾਂ ਆਈਆਂ ਵੀ ਇੱਕ ਸਿਟੀ ਆਫ ਫਰੀਮੌਂਟ ਨੇ ਸਿੱਖ ਐਪਰੀਸ਼ੀਏਸ਼ਨ ਮੰਥ ਜਿਹੜਾ ਨਵੰਬਰ ਦਾ ਮਹੀਨਾ ਉਸ ਨੂੰ ਡਿਕਲੇਅਰ ਕੀਤਾ ਹੈਗਾ। ਫਰੀਮੌਂਟ ਦੇ ਮੇਅਰ ਰਾਜ ਸਲਵਾਨ ਤੇ ਹੋਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਸਿਟੀ ਹਾਲ ਦੇ ਵਿੱਚ ਪਹੁੰਚੇ ਹੋਏ ਸੀ। ਉਹਨਾਂ ਨੇ ਜਿਹੜਾ ਪ੍ਰੋਕਲਾਮੇਸ਼ਨ ਵੀ ਜਿਹੜਾ ਦਿੱਤਾ ਹੈਗਾ, ਜਿਹੜੇ ਸਿੱਖ ਜਿਹੜੇ ਉੱਥੇ ਪਹੁੰਚੇ ਹੋਏ ਸੀ। ਸੋ ਉਹਨਾਂ ਸਾਰਿਆਂ ਦਾ ਧੰਨਵਾਦ। ਇਸ ਤੋਂ ਬਿਨਾਂ ਸਟੈਨਿਸਲਸ ਕਾਉਂਟੀ ਤੋਂ ਖਬਰ ਆ ਰਹੀ ਆ। ਸਟੈਨਿਸਲਸ ਕਾਉਂਟੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਨੈਸ਼ਨਲ ਸਿੱਖ ਅਵੇਅਰਨੈਸ ਮੰਥ ਜਿਹੜਾ ਨਵੰਬਰ ਦਾ ਆ ਉਸ ਨੂੰ ਰਿਕੋਗਨਾਈਜ਼ ਕੀਤਾ ਹੈਗਾ। ਉੱਥੇ ਦੇ ਸੁਪਰਵਾਈਜ਼ਰ ਮਨੀ ਗਰੇਵਾਲ ਤੇ ਹੋਰ ਜਿਹੜੇ ਚੈਂਸੇ ਕੌਂਡਿਟ ਸਟੈਨਿਸਲਸ ਕਾਉਂਟੀ ਦੇ ਸੁਪਰਵਾਈਜ਼ਰ ਜੋ ਡਿਸਟ੍ਰਿਕਟ 5 ਤੋਂ ਹੈਗੇ ਆ ਉਹ ਉੱਥੇ ਪਹੁੰਚੇ ਹੋਏ ਸੀ। ਉਸ ਤੋਂ ਬਿਨਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਵੀ ਜਿਹੜੇ ਆ ਉੱਥੇ ਪਹੁੰਚੇ ਹੋਏ ਸੀ ਇਸ ਰਿਕੋਗਨੀਸ਼ਨ ਦੇ ਵਿੱਚ ਜਿਹੜਾ ਉਸ ਨੂੰ ਐਪਰੀਸ਼ੀਏਟ ਕਰਨ ਦੇ ਲਈ। ਸੋ ਸਾਰੇ ਹੀ ਉਹਨਾਂ ਦਾ ਧੰਨਵਾਦ। ਜਿੱਥੇ ਜਿੱਥੇ ਵੀ ਆਪਣੇ ਸਿੱਖ ਭੈਣ ਭਰਾ ਆ ਇਹ ਸਾਰੀਆਂ ਕੋਸ਼ਿਸ਼ਾਂ ਕਰਦੇ ਆ, ਚਾਹੇ ਕੋਈ ਵੀ ਜਿਹੜਾ ਸ਼ਹਿਰ ਹੋਵੇ, ਕੋਈ ਵੀ ਜਿਹੜੇ ਕਾਉਂਟੀ ਹੋਵੇ, ਸਟੇਟ ਹੋਵੇ। ਸੋ ਉਹਨਾਂ ਸਾਰਿਆਂ ਦਾ ਧੰਨਵਾਦ। ਨਿਊਯਾਰਕ ਦੇ ਵਿੱਚ ਵੀ ਬੀਤੇ ਦਿਨੀ ਜਿਹੜਾ ਜੀ ਹਰਜੋਤ ਸਿੰਘ ਜੀ ਕੈਲੀਫੋਰਨੀਆ ਦਾ ਜਿਹੜਾ ਸ਼ਹਿਰ ਆ ਫਰੀਮੌਂਟ ਦੇ ਨਜ਼ਦੀਕ ਹੀ ਆ, ਉੱਥੇ ਵੀ ਸਿੱਖ ਜਿਹੜਾ ਅਵੇਅਰਨੈਸ ਮੰਥ ਆ ਉਸ ਦੇ ਤੌਰ ਦੇ ਉੱਤੇ ਜਿਹੜਾ ਉਹ ਉਹਨਾਂ ਨੂੰ ਮਾਨਤਾ ਜਿਹੜਾ ਪ੍ਰੋਕਲੇਮ ਕੀਤਾ ਗਿਆ ਆ। ਤੇ ਕੱਲ ਨੂੰ ਆਈ ਥਿੰਕ ਜਿਹੜੇ ਆਪਣੇ ਦੱਸਿਆ ਜਾ ਰਿਹਾ ਆ ਵੀ ਫਰੈਜ਼ਨੋ ਦੇ ਵਿੱਚ ਇੱਥੇ ਦੀ ਜਿਹੜੀ ਸਿਟੀ ਕਾਉਂਸਲ ਆ ਉਹਨਾਂ ਨੇ ਵੀ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਕੀਤਾ ਆ। ਉਹਨਾਂ ਨੇ ਕੱਲ ਐਪਰੀਸ਼ੀਏਟ ਜਿਹੜਾ ਉਹ ਕਰਨਾ, ਪ੍ਰੋਕਲੇਮ ਕਰਨਾ ਹੈ 20 ਤਰੀਕ ਨੂੰ, ਕੱਲ 1:30 ਵਜੇ ਦਾ ਜਿਹੜਾ ਉਹ ਟਾਈਮ ਆ 20 ਨਵੰਬਰ ਨੂੰ। ਤੇ ਜਿਹੜੇ ਹਰਜਿੰਦਰ ਸੈਣੀ ਆ ਉੱਥੇ ਪੰਜਾਬੀ ਲੀਅਜ਼ਾਨ, ਉਹਨਾਂ ਦੇ ਮੈਸੇਜ ਜਿਹੜੇ ਉਹ ਸਾਰਿਆਂ ਨੂੰ ਪਹੁੰਚ ਰਹੇ ਆ। ਤੇ ਕਹਿੰਦੇ ਵੀ ਲੋਕਲ ਗੁਰਦੁਆਰਾ ਤੇ ਸਿੱਖ ਨਾਨ ਪ੍ਰੋਫਿਟ ਗਰੁੱਪਸ ਆ ਉਹਨਾਂ ਨੂੰ ਸਰਟੀਫਿਕੇਟ ਵੀ ਜਿਹੜੇ ਉਹ ਦਿੱਤੇ ਜਾਣਗੇ। ਤੇ ਜਿਹੜੇ ਆ ਕੱਲ ਨੂੰ ਫਰੈਜ਼ਨੋ ਸਿਟੀ ਜਿਹੜੇ ਹਾਲ ਦੇ ਵਿੱਚ ਮੇਅਰ ਆਫਿਸ ਦੇ ਵਿੱਚ ਜਿਹੜਾ ਸਿਟੀ ਹਾਲ ਦੇ ਵਿੱਚ 20 ਤਰੀਕ ਨੂੰ 20 ਨਵੰਬਰ ਨੂੰ 1:30 ਵਜੇ ਦੁਪਹਿਰ ਨੂੰ ਉੱਥੇ ਆਊਗਾ। ਸੋ ਵੱਧ ਤੋਂ ਵੱਧ ਲੋਕ ਵੀ ਜਿਹੜੇ ਇੱਥੇ ਫਰੈਜ਼ਨੋ ਵਾਲੇ ਵੀ ਉੱਥੇ ਜ਼ਰੂਰ ਪਹੁੰਚਣ। ਸੋ ਇਹ ਬਹੁਤ ਚੰਗੀ ਜਿਹੜੀ ਇਹ ਗੱਲ ਆ, ਸਿੱਖਾਂ ਨੂੰ ਐਪਰੀਸ਼ੀਏਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਉਹ ਜਿਹੜੀ ਉਹ ਚੰਗੀ ਗੱਲ ਆ। ਤੇ ਅਕਸਰ ਹੀ ਨਵੰਬਰ ਮਹੀਨੇ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੈਲੀਫੋਰਨੀਆ ਤੇ ਅਮਰੀਕਾ ਭਰ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੀਆਂ ਸਿਟੀਜ਼ ਦੇ ਵਿੱਚ ਕਾਉਂਟੀਜ਼ ਦੇ ਵਿੱਚ ਬੀਤੇ ਦਿਨੀ ਫਰੈਜ਼ਨੋ ਕਾਉਂਟੀ ਦੇ ਸੁਪਰਵਾਈਜ਼ਰ ਨੇ ਵੀ ਇਸ ਮਹੀਨੇ ਨੂੰ ਜਿਹੜਾ ਸਿੱਖ ਹੈਰੀਟੇਜ ਅਵੇਅਰਨੈਸ ਮੰਥ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦਿੱਤੀ ਸੀਗੀ। ਸੋ ਇਸੇ ਤਰੀਕੇ ਦੇ ਨਾਲ ਹੋਰ ਥਾਵਾਂ ਦੇ ਉੱਤੇ ਵੀ ਜਿਹੜਾ ਕੰਮ ਚੱਲ ਰਿਹਾ। ਮੈਂ ਦੇਖ ਰਿਹਾ ਸੀਗਾ ਵੀ ਥੋੜੇ ਦਿਨ ਪਹਿਲਾਂ ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਆਪਣੇ ਪੰਜਾਬੀ ਨੇ ਜਿਹੜੇ ਆ ਸਿੱਖ ਨੇ, ਉਹ ਕਰਮਨ ਸਿਟੀ ਪੁਲਿਸ ਵਾਲਿਆਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਕੀਤੀ ਆ। ਤੇ ਉਹਨਾਂ ਨੇ ਕੁਛ ਰਾਸ਼ੀ ਜਿਹੜੀ ਆ ਬੱਚਿਆਂ ਨੂੰ ਜਿਹੜੀ ਉਹ ਦਾਨ ਦੇ ਰੂਪ ਦੇ ਵਿੱਚ ਦੇਣ ਦੇ ਲਈ, ਉਹਨਾਂ ਗਿਫਟਸ ਦੇ ਲਈ ਜਿਹੜੀ ਅਕਸਰ ਹੀ ਇਹਨਾਂ ਦਿਨਾਂ ਦੇ ਵਿੱਚ ਡਰਾਈਵਸ ਜਿਹੜੀਆਂ ਚੱਲਦੀਆਂ ਆ ਉਹ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਆਪਾਂ ਪਿਛਲੇ ਦਿਨਾਂ 'ਚ ਵੀ ਹਰਜੋਤ ਸਿੰਘ ਜੀ ਗੱਲ ਕੀਤੀ ਸੀਗੀ ਵੀ ਇਹ ਮੌਕਾ ਆ ਸਿੱਖ ਸੰਸਥਾਵਾਂ ਦੇ ਲਈ, ਸਿੱਖ ਗੁਰੂ ਘਰਾਂ ਦੇ ਲਈ ਵੀ ਇੱਦਾਂ ਦੀਆਂ ਜਿਹੜੀਆਂ ਡਰਾਈਵਸ ਕਰਕੇ ਇੱਥੇ ਅਮਰੀਕਨ ਲੋਕਾਂ ਦੇ ਨਾਲ ਜਿਹੜਾ ਉਹ ਖੜਨ ਦੇ ਲਈ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਕੀਤੀਆਂ ਜਾਣ। ਫਰੈਜ਼ਨੋ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਵੀ ਜਿਹੜਾ ਪੋਲੀਵਰ ਹਾਊਸ ਹੁੰਦਾ ਆ ਉੱਥੇ ਅਕਸਰ ਸਾਲਾਨਾ ਜਿਹੜਾ ਆ ਉਹ ਸਮਾਗਮ ਕੀਤਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ, ਖਾਸ ਕਰਕੇ ਗੁਰਪੁਰਬ ਦੇ ਸੰਬੰਧ ਦੇ ਵਿੱਚ। ਇਸ ਵਾਰ ਪਤਾ ਨਹੀਂ ਹੋਇਆ ਆ ਜਾਂ ਨਹੀਂ, ਪਰ ਇਹ ਆ ਵੀ ਇੱਦਾਂ ਜਿਹੜਾ ਉਹ ਕੀਤਾ ਜਾਂਦਾ ਰਿਹਾ ਆ। ਮੁਲਕ ਦੇ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਵੀ ਜਿਹੜੀਆਂ ਡਰਾਈਵਸ ਆ ਜਿਹੜੇ ਸਿੱਖਾਂ ਨੂੰ ਪੰਜਾਬੀਆਂ ਨੂੰ ਜਿਹੜੀਆਂ ਆ ਆਪਣੇ ਅਮਰੀਕਨ ਭੈਣ ਭਾਈਆਂ ਦੇ ਲਈ ਜਿਹੜੀ ਉਹ ਨਾਲ ਦੇ ਨਾਲ ਕਰਨੀਆਂ ਜਿਹੜੀਆਂ ਉਹ ਜ਼ਰੂਰ ਚਾਹੀਦੀਆਂ ਹੈਗੀਆਂ। ਹੁਣ ਹਰਜੋਤ ਸਿੰਘ ਜੀ ਦੇਖੋ, ਆਪਾਂ ਇਹ ਜਿਹੜੀ ਚੀਜ਼ ਦੱਸ ਰਹੇ ਹਾਂ ਵੀ ਆਪਾਂ ਜਿਸ ਮੁਲਕ ਨੂੰ ਆਪਾਂ ਚੂਜ਼ ਕੀਤਾ, ਇੱਥੇ ਆਏ ਆ ਕੇ ਇੱਥੇ ਵਸੇ ਆ, ਆਪਣੇ ਪਰਿਵਾਰਾਂ ਨੂੰ ਇੱਥੇ ਸੈੱਟ ਕੀਤਾ ਆ, ਉਹ ਸਾਰਾ ਕੁਛ ਜਿਹੜਾ ਉਹ ਹੋਇਆ ਆ। ਇੱਕ ਉਹ ਮੁਲਕ ਆ ਜਿੱਥੇ ਤੁਹਾਡੇ ਇੱਕ ਕੌਮ ਦੇ ਲਈ, ਧਰਮ ਦੇ ਲਈ ਤੁਹਾਨੂੰ ਜਿਹੜਾ ਉਹ ਇੱਕ ਮਹੀਨਾ ਜਿਹੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਆ,
ਪ੍ਰੋਕਲੇਮੇਸ਼ਨ ਕੀਤੀਆਂ ਜਾ ਰਹੀਆਂ ਆ, ਮਤੇ ਜਿਹੜੇ ਉਹ ਪਾਸ ਕੀਤੇ ਜਾ ਰਹੇ ਆ, ਵਿਸ਼ੇਸ਼ ਧੰਨਵਾਦ ਜਿਹੜਾ ਆ ਸਿੱਖ ਅਮਰੀਕਨਸ ਦਾ ਕੀਤਾ ਜਾ ਰਿਹਾ ਆ। ਤੇ ਇੱਕ ਆਪਾਂ ਉਸ ਮੁਲਕ ਦੀ ਗੱਲ ਕਰਦੇ ਹਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਚਲਾਇਆ ਜਾ ਰਿਹਾ ਜਿਹੜਾ YouTube ਚੈਨਲ ਆ, ਉਸ ਨੂੰ ਹੀ ਬੰਦ ਕਰ ਦਿੱਤਾ। ਕਿਉਂ ਬੰਦ ਕਰ ਦਿੱਤਾ? ਕਿਉਂਕਿ ਉਸ ਚੈਨਲ ਤੋਂ ਇਤਿਹਾਸ ਜਿਹੜਾ ਆ ਉਹ ਸੁਣਾਇਆ ਗਿਆ। ਸਭ ਨੂੰ ਹੀ ਪਤਾ ਜੋ ਨਵੰਬਰ 1984 ਦੇ ਵਿੱਚ ਘਟਨਾਕ੍ਰਮ ਵਾਪਰਿਆ, ਜੋ ਸਿੱਖਾਂ ਦਾ ਕਤਲੇਆਮ ਹੋਇਆ, ਜਦ ਉਸ ਦੇ ਬਾਰੇ ਚਰਚਾ ਜਿਹੜੀ ਉਹ ਕਰਦੇ ਆ ਤਾਂ ਉਹ ਬੰਦ ਕਰ ਦਿੱਤਾ ਗਿਆ ਆ। ਸਾਡੇ ਨਾਲ ਵੀ ਇਹਨਾਂ ਕਾਰਨਾਂ ਕਰਕੇ ਜਿਹੜਾ ਸਾਡਾ ਚੈਨਲ ਆ ਉਹ ਆਲਰੇਡੀ ਭਾਰਤ ਨੇ ਜਿਹੜਾ ਉਹ ਬੰਦ ਕੀਤਾ ਸੀਗਾ। ਪਰ ਇਸ ਤੋਂ ਵੱਡਾ ਗੁਲਾਮੀ ਦਾ ਸਬੂਤ ਹੋਰ ਕੀ ਹੋਊਗਾ ਵੀ ਸਿੱਖਾਂ ਦੀ ਸਰਮੌਰ ਸੰਸਥਾ ਉਹਨਾਂ ਦੇ ਦੁਆਰਾ ਦਰਬਾਰ ਸਾਹਿਬ ਤੋਂ, ਮੰਜੀ ਸਾਹਿਬ ਤੋਂ ਜਿੱਥੋਂ ਕੀਰਤਨ ਆਉਂਦਾ ਆ, ਕਥਾ ਕੀਰਤਨ ਜਿਹੜੀ ਚੱਲਦੀ ਆ, ਇਤਿਹਾਸ ਸੁਣਾਉਣ ਦੇ ਖਾਤਰ ਕਰਕੇ 19 ਨਵੰਬਰ 2025 ਨੂੰ ਉਹਨਾਂ ਨੇ YouTube ਚੈਨਲ ਹੀ ਜਿਹੜਾ ਗੁਰਬਾਣੀ ਦਾ ਉਹ ਉਹਨਾਂ ਨੇ ਬੰਦ ਕਰ ਦਿੱਤਾ। ਸੋ ਹੁਣ ਬਿਲਕੁਲ ਜੀ ਹਰਜੋਤ ਸਿੰਘ ਜੀ। ਸੋ ਰਾਜਕਵੀ ਸਿੰਘ, ਇਹ 31 ਅਕਤੂਬਰ ਦੀ ਗੱਲ ਆ। 31 ਅਕਤੂਬਰ ਨੂੰ ਆਫ ਕੋਰਸ ਜਿਹੜੀ ਕਥਾ ਕੀਤੀ ਗਈ ਸੀ ਉਹ ਰਿਪੋਰਟ ਕੀਤੀ ਗਈ ਆ, ਤੇ ਆਪਣੇ ਜਿਹੜੇ ਕਈ ਗੁਲਾਮ ਸਿੱਖ ਆ ਹਜੇ ਵੀ ਕਹਿ ਰਹੇ ਨਹੀਂ ਜੀ ਦੇਖੋ ਇਹ ਭਾਰਤ ਸਰਕਾਰ ਦਾ ਹੱਥ ਨਹੀਂ, ਇਹ ਤਾਂ YouTube ਚੈਨਲ ਦਾ। ਉਹ ਬਈ ਉਹ ਰਿਪੋਰਟ ਤਾਂ ਉਹੀ ਕਰਦੇ ਆ। ਪੰਜਾਬੀ ਰੇਡੀਓ USA ਦਾ ਚੈਨਲ ਜਦੋਂ ਸਾਡਾ ਪਹਿਲਾਂ ਬੰਦ ਕੀਤਾ ਗਿਆ ਇੰਡੀਆ ਦੀ ਸਰਕਾਰ ਵੱਲੋਂ, ਫਿਰ ਮਨੀਟਾਈਜੇਸ਼ਨ ਬੰਦ ਕੀਤੀ ਗਈ। ਕਿਉਂ ਕੀਤੀ ਗਈ? ਕਿਉਂਕਿ ਰਿਪੋਰਟ ਕੀਤਾ ਗਿਆ ਵੀ ਇਹਨਾਂ ਨੇ 2020 ਵਾਲਿਆਂ ਦਾ 3 ਦਿਨ ਲਗਾਤਾਰ ਪ੍ਰਚਾਰ ਕੀਤਾ, ਉਹਨਾਂ ਦੇ ਸ਼ੋਅ ਕੀਤੇ। ਉਹ ਤੋਂ ਬਾਅਦ ਭਾਈ ਅਮਰੀਕ ਸਿੰਘ ਚੰਡੀਗੜ੍ਹ ਉਹਨਾਂ ਦੀ ਕਥਾ ਸੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਦੀ, ਕਿਸ ਇੰਦਰਾ ਗਾਂਧੀ ਦੇ ਸੌਦੇ ਸਿੰਘ ਨੇ ਬਦਲਾ ਲਿਆ। ਉਹ ਕਥਾ ਨੂੰ ਲੈ ਕੇ ਜਿਹੜੀ ਆ ਉਹ ਚੈਨਲ ਜਿਹੜਾ ਸਾਡਾ ਮਨੀਟਾਈਜੇਸ਼ਨ ਉਹਦੀ ਬੰਦ ਕਰਾਈ ਗਈ। ਤੇ ਜਦੋਂ ਅਸੀਂ YouTube ਚੈਨਲ ਵਾਲਿਆਂ ਨਾਲ ਕਾਫੀ ਫਾਈਟ ਕੀਤੀ, ਉਹਨੇ ਕਿਹਾ ਵੀ ਸਾਡੇ ਹੀ EMPLOYEEਆਂ ਨੇ ਦੱਸਿਆ ਵੀ ਤੁਸੀਂ ਆਹ ਚੀਜ਼ ਜਿਹੜੀ ਫੈਲਾ ਰਹੇ ਹੈਗੇ ਆ। ਸੋ ਉਹ ਕਿੱਥੇ ਦੇ ਆ ਉਹ ਜਿਹੜੇ EMPLOYEE ਉਹਨਾਂ ਦੇ, ਉਹ ਭਾਰਤੀ ਮੂਲ ਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਸੋ ਹੁਣ SGPC ਦਾ ਚੈਨਲ ਹੁਣ ਸਮਾਂ 350 ਸਾਲਾ ਜਿਹੜਾ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ, ਉਹਦੇ ਸੰਬੰਧ ਦੇ ਵਿੱਚ ਸਾਰੇ ਗੁਰਮਤਿ ਸਮਾਗਮ ਹੋਣੇ ਸੀ, ਉਹ ਚੈਨਲ ਦੇ ਉੱਤੇ ਦਿਖਾਣੇ ਜਾਣੇ ਸੀ। ਉਹ ਹੁਣ ਚੈਨਲ ਜਿਹੜਾ ਆ ਹਫ਼ਤੇ ਦੇ ਲਈ ਉਹਨੇ ਉਹਦੇ ਉੱਤੇ ਬਿਲਕੁਲ ਮੌਕੇ ਤੇ ਆ ਕੇ ਮੌਕੇ ਦੇ ਉੱਤੇ ਜਿਹੜਾ ਉਹ ਆ ਕੇ ਕੀਤਾ। ਇਹ ਹਮੇਸ਼ਾ ਹੀ ਨਾ ਇਹ ਜਿਹੜੀ ਗੁਲਾਮ ਸੋਚ ਵਾਲੇ ਉਹਨਾਂ ਨੇ ਤਾਂ ਕਹਿਣਾ ਵੀ YouTube ਨੇ ਕੀਤਾ। YouTube ਨੇ ਜਿਹੜਾ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਉਹਨਾਂ ਨੇ ਇਹੀ ਸਰਕਾਰ ਦੀ ਜਿਹੜੀ IT ਉਹਨਾਂ ਦੀ ਇੱਕ ਹੈਗੀ ਆ ਮਹਿਕਮਾ ਆ ਨਾ, ਉਹਦੀ ਜਿਹੜੇ ਕਹੇ ਦੇ ਉੱਤੇ ਉਹਨਾਂ ਦੀ ਜਿਹੜੀ ਮੰਤਰਾਲੇ ਜਿਹਨੂੰ ਕਹਿੰਦੇ ਆ ਵੀ ਉਹਨਾਂ ਦੇ ਮੰਤਰੀ ਆ, ਉਹਨਾਂ ਦੇ ਆਫਿਸ ਦੇ ਵਿੱਚੋਂ ਜਦੋਂ ਚਿੱਠੀ ਉਹਨਾਂ ਨੂੰ ਜਾਂਦੀ ਹੈ, ਈਮੇਲ ਜਾਂਦੀ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਮੁਅੱਤਲ ਜਿਹੜਾ ਉਹ ਕੀਤਾ ਜਿਹੜਾ ਹੋ ਜਾਂਦਾ ਆ। 1 ਵੀਕ ਦੇ ਲਈ ਉਹਨਾਂ ਨੇ ਇਸ ਨੂੰ ਮੁਅੱਤਲ ਹੁਣ ਕਰ ਦਿੱਤਾ। ਹੁਣ ਉਹਨਾਂ ਨੇ ਖੜੇ ਪੈਰ ਨਵਾਂ ਜਿਹੜਾ ਅਫੀਸ਼ੀਅਲ SGPC ਕਰਕੇ ਨਵਾਂ ਜਿਹੜਾ ਉਹ ਚੈਨਲ ਬਣਾਇਆ, ਲੋਕਾਂ ਨੂੰ ਕਹਿ ਰਿਹਾ ਵੀ ਉਹ ਉੱਥੇ ਕਰੋ। ਪਰ ਇਹ ਤਾਂ ਸ਼ਰੇਆਮ ਹੀ ਜਿਹੜੀ ਧਾਰਮਿਕ ਆਜ਼ਾਦੀ ਦੇ ਉੱਤੇ ਕਿਸੇ ਦੀ ਵੀ ਜਿਹੜੀ ਆ ਫਰੀडम ਆਫ ਸਪੀਚ ਦੇ ਉੱਤੇ ਸਿੱਧਾ ਜਿਹੜਾ ਉਹ ਘਾਣ ਆ। ਹੁਣ ਤੁਸੀਂ ਆਪ ਅੰਦਾਜ਼ਾ ਜਿਹੜਾ ਉਹ ਲਾ ਲਓ ਵੀ ਕੀ ਉੱਥੇ ਜਿਹੜਾ ਉਹ ਚੱਲ ਰਿਹਾ ਹੈਗਾ। ਹੋਰ ਇਸ ਤੋਂ ਵੱਡੇ ਸਬੂਤ ਹੋਰ ਕੀ ਹੋਣਗੇ ਹਰਜੋਤ ਸਿੰਘ ਜੀ? ਇਸ ਤੋਂ ਵੱਡੇ ਸਬੂਤ ਕੀ ਹੋਣਗੇ? ਉਹਨਾਂ ਸਿੱਖਾਂ ਦੀ ਆ ਜਿਹੜੇ ਹਜੇ ਵੀ ਕਹਿ ਰਹੇ ਵੀ ਨਹੀਂ ਜੀ ਇਹ ਤਾਂ ਕਾਰਵਾਈ YouTube ਨਹੀਂ ਕੀਤੀ ਆ, ਸਰਕਾਰ ਦਾ ਕੋਈ ਲਿੰਕ ਨਹੀਂ। ਉਹ YouTube ਵਾਲਿਆਂ ਨੂੰ ਸੁਪਨਾ ਥੋੜ੍ਹਾ ਆਇਆ। YouTube ਨੂੰ ਜਦੋਂ ਤੁਸੀਂ ਕੰਪਲੇਨ ਕਰਦੇ ਆ ਬਾਰ-ਬਾਰ, ਜਦੋਂ ਐਡਾ ਉਹਨਾਂ ਦਾ ਕਿਸੇ ਨੂੰ ਜਦੋਂ ਰੋਕਣਾ ਹੋਵੇ ਤਾਂ ਉਹਨਾਂ ਦੇ ਸਰਕਾਰ ਦਾ ਆਪਣਾ ਇੱਕ ਮੰਤਰੀ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਆ, ਉਹਨਾਂ ਵੱਲੋਂ ਚਿੱਠੀਆਂ ਜਾਂਦੀਆਂ ਆ, ਉਹ ਸਾਨੂੰ ਵੀ ਈਮੇਲ ਆਉਂਦੀਆਂ ਹੁੰਦੀਆਂ ਨਾ ਵੀ ਆਹ ਦੇਖੋ ਜੀ ਤੁਹਾਡੇ ਖਿਲਾਫ ਆਹ ਮਹਿਕਮੇ ਨੇ ਜਿਹੜੀ ਉਹ ਚਿੱਠੀ ਲਿਖੀ ਆ ਤੇ ਫਿਰ ਇਹਦੇ ਕਰਕੇ ਅਸੀਂ ਜਿਹੜਾ ਤੁਹਾਡਾ ਚੈਨਲ ਬੰਦ ਕਰਤਾ ਹੈ ਉੱਥੇ। ਨਾਲੇ ਉਹ ਤਾਂ ਹਿਸਟਰੀ ਦੱਸ ਰਿਹਾ ਵੀ ਇੰਦਰਾ ਗਾਂਧੀ ਨੇ ਹਮਲਾ ਕਰਾਇਆ, ਭਾਰਤੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਬਾਅਦ ਦੇ ਵਿੱਚ ਸਿੱਖਾਂ ਨੇ ਉਹ ਬਦਲਾ ਜਿਹੜਾ ਲਿਆ। ਸੋ ਉਹੀ ਹਿਸਟਰੀ ਉਹ ਸੁਣਾ ਰਿਹਾ ਸੀ। ਇਹ ਤਾਂ ਹਿਸਟਰੀ ਇਹ ਤਾਂ ਰਹਿਣੀ ਅੱਜ ਤੋਂ ਚਾਹੇ 100 ਸਾਲ ਹੋਵੇ 150 ਸਾਲ। ਤੇ ਇਕੱਲਾ ਇਹ ਨਹੀਂ, ਮੱਸਾ ਰੰਗੜ ਕਿੰਨਿਆਂ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਨਾਂ ਦਾ ਬਦਲਾ ਲਿਆ ਗਿਆ। ਸੋ ਇਹ ਜਿਹੜਾ ਇਹ ਉਹਨਾਂ ਸਿੱਖਾਂ ਦੀ ਵੀ ਗੁਲਾਮੀ ਸੋਚ ਆ ਜਿਹੜੇ ਕਹਿੰਦੇ ਨਹੀਂ ਜੀ ਇੰਡੀਆ ਸਰਕਾਰ ਦਾ ਕੋਈ ਹੱਥ ਨਹੀਂ, ਇਹ ਤਾਂ YouTube ਚੈਨਲ ਦਾ ਹੈ। ਉਦਾਂ ਤੁਸੀਂ ਦੇਖ ਲਓ ਵੀ ਉਹ ਕਹਿੰਦੇ ਵੀ ਉਹ ਤਾਂ ਕਾਂਗਰਸੀ ਸੀਗੇ ਜੀ ਤੇ ਇਦਾਂ ਆ ਤੇ ਉਦਾਂ ਆ। ਹੁਣ ਤਾਂ ਭਾਜਪਾ ਦੀ ਸਰਕਾਰ ਆ ਨਾ। ਹੁਣ ਉਹਦੇ ਵਿੱਚ ਜਦੋਂ ਸਟੇਟ ਨੰਗਿਆ ਹੁੰਦੀ ਹੈ ਨਾ, ਉਹਨਾਂ ਨੂੰ ਪੀੜ ਹੁੰਦੀ। ਡਸ ਨਾਟ ਮੈਟਰ ਉਸ ਕੁਰਸੀ ਦੇ ਉੱਤੇ ਕੌਣ ਬੈਠਾ ਆ, ਉਹ ਜਿਹੜੀ ਸਟੇਟ ਦੇ ਨਾਲ ਆ ਨਾ ਉਸੇ ਨੂੰ ਹੀ ਰੌਲਾ ਆ, ਉਹੀ ਰੌਲਾ ਆ। ਉਹੀ ਕਰਕੇ ਜਿਹੜਾ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਇਹ ਕਿੱਤਾ ਜਿਹੜਾ ਉਹ ਜਾ ਰਿਹਾ ਹੈਗਾ। ਸੋ ਜਿੱਦਾਂ ਆਪਾਂ ਦੱਸ ਰਹੇ ਸੀ, ਇੱਕ ਉਹ ਮੁਲਕ ਆ ਜਿੱਥੇ ਤੁਹਾਨੂੰ ਜਿਹੜਾ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਤੇ ਪਾ ਕੇ ਆ ਸਿੱਖ ਅਮਰੀਕਨ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ। ਤੇ ਇੱਕ ਉਹ ਮੁਲਕ ਜਿਹਨੂੰ ਹੁਣ ਸਾਡਾ ਜਨਮ ਉਸ ਦੇਸ਼ ਪੰਜਾਬ ਦੇ ਵਿੱਚ ਹੋਇਆ ਹੈ, ਆਪਣਾ ਉਹਦੇ ਨਾਲ ਜੜ੍ਹਾਂ ਜਿਹੜੀਆਂ ਹਮੇਸ਼ਾ ਜੁੜੀਆਂ ਰਹਿਣੀਆਂ।
ਜਿਸ ਮੁਲਕ ਦੇ ਲਈ ਸਿੱਖਾਂ ਨੇ ਜਿਹੜੀਆਂ ਉਹ ਉਸ ਨੂੰ ਆਜ਼ਾਦ ਕਰਾਉਣ ਦੇ ਲਈ 90% ਤੋਂ ਵੱਧ ਜਿਹੜੀਆਂ ਕੁਰਬਾਨੀਆਂ ਕਰ ਦਿੱਤੀਆਂ, ਸ਼ਹਾਦਤਾਂ ਜਿਹੜੀਆਂ ਉਹ ਪਾ ਲਈਆਂ, ਤੇ ਉਹ ਇਹਨਾਂ ਦੇ ਨਾਲ ਆਹ ਵਤੀਰਾ ਕਰ ਰਿਹਾ ਆ। ਦਰਬਾਰ ਸਾਹਿਬ ਤੋਂ ਆ ਰਹੀ ਗੁਰਬਾਣੀ ਵਾਲੇ ਕੀਰਤਨ ਵਾਲੇ ਨੂੰ, ਉਸ ਨੂੰ ਹੀ ਉਹਨਾਂ ਨੇ ਬੰਦ ਜਿਹੜਾ ਉਹ ਕਰ ਦਿੱਤਾ। ਅੱਧੇ ਲੋਕ ਤਾਂ ਹਰਜੋਤ ਸਿੰਘ ਜੀ ਜਿਹੜੇ ਯੂਟਿਊਬਾਂ ਤੇ ਦੇਖਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿੰਨੇ ਉਹਨਾਂ ਦੇ ਵਿੱਚ ਬਜ਼ੁਰਗ ਆ, ਕਿੰਨੇ ਉਹ ਉਹਨਾਂ ਨੇ ਵਿਚਾਰਿਆਂ ਨੇ ਸੈੱਟ ਕੀਤਾ ਹੁੰਦਾ, ਉਸ ਤੋਂ ਬਾਅਦ 'ਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਹੋ ਇੱਥੇ ਕੀ ਜਿਹੜਾ ਹੋ ਰਿਹਾ ਆ। ਸੋ ਉਹਨਾਂ ਨੇ ਨਵਾਂ ਚੈਨਲ ਤਾਂ ਬਣਾ ਲਿਆ, ਪਰ ਹੁਣ ਕਿੰਨਿਆਂ ਕੁ ਤੱਕ ਜਿਹੜੀ ਉਸਦੀ ਪਹੁੰਚ ਹੋਊਗੀ, ਕਿੱਦਾਂ ਜਿਹੜਾ ਉਹ ਹੋਊਗਾ। ਤੇ ਐਨ ਮੌਕੇ ਦੇ ਉੱਤੇ ਜਦੋਂ 350 ਸਾਲਾ ਜਿਹੜਾ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਸਮਾਗਮ ਨੇ, ਸ਼ਹੀਦੀ ਗੁਰਪੁਰਬ ਨੇ, ਉਹ ਉਹਨਾਂ ਬਾਰੇ ਦੱਸਿਆ ਜਾਣਾ ਸੀ, ਉਹ ਮਨਾਏ ਜਾਣੇ ਸੀਗੇ ਬੜੀ ਸ਼ਰਧਾ ਭਾਵਨਾ ਨਾਲ। ਤੇ ਉਸ ਤੋਂ ਪਹਿਲਾਂ ਇਹਨਾਂ ਨੇ ਹਰਜੋਤ ਸਿੰਘ ਜੀ ਬੰਦ ਕਰ ਦਿੱਤਾ ਆ। 25 ਤਰੀਕ ਆਉਣ ਵਾਲੀ ਹੋਈ ਆ, ਉੱਦਾਂ 25 ਤਰੀਕ ਨੂੰ ਜਿਹੜਾ ਮੇਨ ਸਮਾਗਮ ਜਿਹੜੇ ਉਹ ਹੈਗੇ ਆ, ਤੇ ਐਨ ਉਸ ਮੌਕੇ ਤੇ ਉੱਤੇ ਉਹਨਾਂ ਨੇ ਉਹ ਕੀਤਾ। ਉਹਨਾਂ ਨੂੰ ਇਹ ਵੀ ਪਤਾ ਹੈ ਨਾ ਵੀ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਆ, ਉਸ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਜਦੋਂ ਕਸ਼ਮੀਰ ਤੋਂ ਆਏ ਸੀਗੇ ਉਹ ਸਾਰੇ ਜਾਣੇ ਫਰਿਆਦ ਜਿਹੜੇ ਉਹ ਲੈ ਕੇ, ਤਾਂ ਉਹ ਚੀਜ਼ਾਂ ਕਹਿੰਦੇ ਵੀ ਸ਼ਾਇਦ ਉਸ ਦੇ ਵਿੱਚ ਵੀ ਇਹ ਰਲਗਾਡੀ ਕਰਨਾ ਚਾਹੁੰਦੇ ਆ ਨਾ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਤਿਹਾਸ ਤੋਂ ਇਹ ਸੁਰਖਰੂ ਹੋ ਕੇ ਕਰਵਾਉਣਾ ਚਾਹੁੰਦੇ ਆ, ਇਸੇ ਲਈ ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਪਚਦੀਆਂ ਨਹੀਂ ਆ। ਸੋ ਜਿਹੜਾ ਬਾਲ ਵੀਰ ਦਿਵਸ ਤੇ ਹੋਰ ਸਾਰੀਆਂ ਚੀਜ਼ਾਂ, ਪਿੱਛੇ ਕਾਰਨ ਇਹੀ ਆ ਵੀ ਗੁਰੂਆਂ ਨੂੰ ਇਹਨਾਂ ਨੇ ਰਾਸ਼ਟਰਵਾਦ ਦੇ ਜਿਹੜੇ ਆ ਉਹ ਪਹਿਰਾਵੇ ਜਿਹੜੇ ਉਹ ਪਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ। ਪਰ ਸਿੱਖਾਂ ਨੂੰ ਇਹ ਸਾਰੀਆਂ ਜਿਹੜੀਆਂ ਸੂਖਮ ਚਾਲਾਂ ਤੋਂ ਜਿਹੜਾ ਆ ਉਹ ਬਚ ਕੇ ਚੱਲਣ ਦੀ ਜ਼ਰੂਰਤ ਹੈਗੀ ਆ। ਤੇ ਆਹ ਚੀਜ਼ਾਂ ਕਲੀਅਰ ਕਰਦੀਆਂ ਆ ਵੀ ਉੱਥੇ ਕੀ ਮਾਨਸਿਕਤਾ ਉੱਥੋਂ ਦੀ ਸਰਕਾਰ ਦੀ ਸਿੱਖਾਂ ਦੇ ਪ੍ਰਤੀ ਜਿਹੜੀ ਉਹ ਚੱਲ ਰਹੀ ਹੈਗੀ ਆ। ਤਾਂ ਹੀ ਲੋਕ ਦੇ ਵਿੱਚ ਜਿਹੜੀ ਉਹ ਵਿਗਾਨਗੀ ਦੀ ਭਾਵਨਾ, ਵੱਖਰੇ ਮੁਲਕ ਦੀ ਜਿਹੜੀ ਭਾਵਨਾ ਆ, ਤਾਂ ਹੀ ਪ੍ਰਬਲ ਦਿਨ ਬ ਦਿਨ ਜਿਹੜੀ ਉਹ ਹੋ ਰਹੀ ਹੈਗੀ ਆ। ਜੀ, ਅਗਲੀ ਖਬਰ 'ਤੇ ਚਲੀਏ। ਯੂਐਸ ਪੈਟਰੋਲ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਨੇ ਇੱਕ ਆਪਰੇਸ਼ਨ ਕੀਤਾ, ਜਿਹਦੇ ਤਹਿਤ 37 ਦੇ ਕਰੀਬ ਜਿਹੜੇ ਇਲੀਗਲ ਏਲੀਅਨਸ ਆ, ਉਹਨਾਂ ਨੂੰ ਅਰੈਸਟ ਕੀਤਾ ਇੰਟਰਸਟੇਟ 90 ਤੇ ਵੈਸਟਰਨ ਨਿਊਯਾਰਕ ਦੇ ਵਿੱਚ। ਆਪਰੇਸ਼ਨ ਬੇਅਰ ਕੇਵ ਕਰਕੇ ਕਹਿੰਦੇ ਭਈ ਇਹ ਜਿਹੜੇ ਸੀ ਜਿੰਨੇ ਵੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਲੋਕ ਸੀ, ਉਹਨਾਂ ਨੂੰ ਇੰਟਰਸਟੇਟ 90 ਦੇ ਉੱਤੇ ਜਿਹੜਾ ਚੈੱਕ ਕੀਤਾ ਗਿਆ ਨਵੰਬਰ 8 ਤੋਂ ਲੈ ਕੇ ਨਵੰਬਰ 11 ਤਾਈਂ। ਤੇ ਜਿਹਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਇਨਵੈਸਟੀਗੇਟਰ ਵੀ ਸੀਗੇ, ਤੇ ਹੋਰ ਸੀਵੀਪੀ ਵਾਲੇ ਵੀ ਸੀਗੇ। ਤੇ ਕਹਿੰਦੇ ਵੀ ਵੱਖ-ਵੱਖ ਲੋਕ ਜਿਨ੍ਹਾਂ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਕੈਲੀਫੋਰਨੀਆ, ਫਲੋਰੀਡਾ, ਇਲੀਨੋਇਸ, ਇੰਡੀਆਨਾ, ਨਿਊ ਜਰਸੀ, ਨਿਊਯਾਰਕ, ਓਹਾਇਓ, ਓਰੇਗਨ, ਪੈਂਸਿਲਵੇਨੀਆ, ਇਹਨਾਂ ਸਟੇਟਾਂ ਤੋਂ ਲਾਏ ਹੋਏ ਸੀ, ਉਹਨਾਂ ਨੂੰ ਜਿਹੜਾ ਫੜਿਆ ਗਿਆ। ਤੇ 7 ਇਲੀਗਲ ਏਲੀਅਨਸ ਜਿਹੜੇ ਹੋਰ ਅਰੈਸਟ ਕੀਤੇ ਗਏ, ਕਹਿੰਦੇ ਹੂ ਵਰ ਨਾਟ ਇਨ ਆਪਰੇਸ਼ਨ ਆਫ ਐਨੀ ਕਮਰਸ਼ੀਅਲ ਨਾਲ ਬੈਠੇ ਹੋਣੇ ਆ ਨਾ ਜੀ। ਸੋ 37 ਮੇਲ ਜਿਹੜੇ ਆ ਉਹ ਅਰੈਸਟ ਕੀਤੇ ਗਏ ਹੈਗੇ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਫॉर ਡਿਪੋਰਟੇਸ਼ਨ ਪ੍ਰੋਸੀਡਿੰਗ। ਸੋ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇਲੀਗਲ ਏਲੀਅਨਸ ਅਨਲਾਫਲੀ ਪ੍ਰੈਜ਼ੈਂਟ ਹੈਗੇ ਯੂਐਸਏ ਦੇ ਵਿੱਚ, ਪਲੱਸ ਉਹ ਕਮਰਸ਼ੀਅਲ ਵਹੀਕਲਸ ਨੂੰ ਆਪਰੇਟ ਕਰਦੇ ਹੈਗੇ ਆ, ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਫੜਦੇ ਰਹਾਂਗੇ। ਇਹ ਐਕਟਿੰਗ ਬਫਲੋ ਸੈਕਟਰ ਦੇ ਜਿਹੜੇ ਚੀਫ ਪੈਟਰੋਲ ਏਜੰਟ ਜੇਮਸ ਡੀ ਅਮਾਟੋ ਆ, ਉਹਨਾਂ ਨੇ ਇਹ ਕਿਹਾ। ਕਹਿੰਦੇ ਵੀ ਜਿਹੜੇ ਡਰਾਈਵਰਸ ਇੰਗਲਿਸ਼ ਦੇ ਵਿੱਚ ਫਲੂਐਂਟ ਨਹੀਂ ਹੈਗੇ ਜਾਂ ਬਹੁਤ ਘੱਟ ਇੰਗਲਿਸ਼ ਬੋਲਦੇ ਹੈਗੇ ਆ, ਉਹ ਸਾਡੀਆਂ ਰੋਡਵੇਜ਼ ਦੇ ਉੱਤੇ ਕਾਫੀ ਵੱਡਾ ਰਿਸਕ ਹੈਗੇ ਆ। ਖਾਸ ਕਰਕੇ ਉਹ ਜਿਹੜੀਆਂ ਵੱਡੇ ਵਹੀਕਲਸ ਨੂੰ ਜਿੱਦਾਂ ਕਿ ਟਰੱਕ ਆ, ਉਹਨਾਂ ਨੂੰ ਡਰਾਈਵ ਕਰਦੇ ਹੈਗੇ ਆ, ਜੋ ਕਿ ਹਾਈ ਲੈਵਲ ਆਫ ਸਕਿੱਲ ਤੇ ਅੰਡਰਸਟੈਂਡਿੰਗ ਆਫ ਟ੍ਰੈਫਿਕ ਲਾਜ਼ ਰਿਕੁਆਇਰ ਕਰਦਾ ਹੈਗਾ। ਸੋ ਮੇਜਰ ਐਕਸੀਡੈਂਟਸ ਕਹਿੰਦੇ ਨੇਸ਼ਨ ਵਾਈਡ ਜਿਹੜੇ ਇਨਵੋਲਵ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਇਹ ਇੱਕ ਵੱਡਾ ਕਾਰਨ ਹੈਗਾ। ਬਫਲੋ ਸੈਕਟਰ ਜਿਹੜਾ ਇਹ ਰਿਸਪੌਂਸੀਬਲ ਆ ਮੋਸਟਲੀ ਜਿਹੜਾ ਬਾਰਡਰ ਬਿਟਵੀਨ ਨਿਊਯਾਰਕ ਤੇ ਪੈਂਸਿਲਵੇਨੀਆ ਦੇ ਵਿੱਚ ਹੈਗਾ। ਕਹਿੰਦੇ ਭਈ 341 ਮੈਰੀਟਾਈਮ ਬਾਰਡਰ ਮਾਈਲਸ ਲੀਨੀਅਰ ਜਿਹੜਾ ਇਹ ਲੰਮਾ ਬਾਰਡਰ ਹੈਗਾ ਆ। ਸੋ ਨੇਸ਼ਨ ਦੇ ਜਿਹੜੇ ਬਾਰਡਰ ਨੂੰ ਸੇਫ ਰੱਖਣ ਦੇ ਲਈ ਤੇ ਕਿਸੇ ਤਰ੍ਹਾਂ ਦੀ ਵੀ ਸਸਪੀਸ਼ੀਅਸ ਐਕਟੀਵਿਟੀ ਨੂੰ ਰਿਪੋਰਟ ਕਰਨ ਦੇ ਲਈ ਉਹਨੇ ਆਪਣਾ ਨੰਬਰ ਵੀ ਦਿੱਤਾ ਹੈ, ਜੋ ਕਿ 1800-331-0353। ਸੋ ਇਹ ਜਿਹੜੀ ਪ੍ਰੈਸ ਰਿਲੀਜ਼ ਆ, ਇਹ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਿਹੜਾ ਉਹ ਰਿਲੀਜ਼ ਸੀਬੀਪੀ ਨੇ ਜਿਹੜੀ ਉਹ ਰਿਲੀਜ਼ ਕੀਤੀ ਆ। ਉਹ ਆਪਾਂ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੂੰ ਨਾਲ ਦਿਖਾ ਵੀ ਦਿੱਤਾ। ਉਹਨਾਂ ਨੇ ਟਵਿੱਟਰ ਦੇ ਉੱਤੇ ਜਿਹੜੀਆਂ ਹਰਜੋਤ ਸਿੰਘ ਜੀ ਫੋਟੋਆਂ ਵੀ ਪਾਈਆਂ, ਪਰ ਇਸ ਵਾਰ ਅੱਖਾਂ ਜਿਹੜੀਆਂ ਉਹਨਾਂ ਦੀਆਂ ਢੱਕ ਦਿੱਤੀਆਂ, ਜਿਹੜੀਆਂ
37 ਲੋਕ ਜਿਹੜੇ ਉਹਨਾਂ ਨੇ ਗ੍ਰਿਫਤਾਰ ਜਿਹੜੇ ਕੀਤੇ ਆ ਉਹਨਾਂ ਦੇ ਬਾਬਤ। ਸੋ ਇਸ ਟਾਈਮ ਕੰਮ ਪੂਰਾ ਹੀ ਜਿਹੜਾ ਉਹ ਭਖਿਆ ਪਿਆ ਹੈਗਾ ਆ। ਲੌਰਾ ਇੰਗਰਾਮ ਤਾਂ ਸਿੱਧਾ ਹੀ ਜਿਹੜੇ ਸ਼ੌਨ ਡਫੀ ਉਹਨਾਂ ਨੂੰ ਪੁੱਛ ਰਹੀ ਸੀਗੀ ਵੀ ਚੱਕਰ ਕੀ ਆ, ਵੀ ਸਾਰੇ ਪੰਜਾਬੀ ਹੀ ਕਿਉਂ ਹੈਗੇ ਆ, ਜਿਹੜੇ ਖਾਸ ਕਰਕੇ CDL ਹੋਲਡਰ, ਜਦੋਂ ਕੈਲੀਫੋਰਨੀਆ ਵਾਲੀ ਜਿਹੜੀ ਜ਼ਿਆਦਾ ਗੱਲ ਆ ਰਹੀ ਆ। ਸੋ ਗਾਜ ਕਈ ਤਰੀਕੇ ਦੇ ਨਾਲ ਜਿਹੜੀ ਉਹ ਡਿੱਗ ਰਹੀ ਆ। ਸੋ ਪ੍ਰਸ਼ਾਸਨ ਇਸ ਟਾਈਮ ਬੜੇ ਤਿੱਖੀ ਕਹਿ ਲਓ ਵੀ ਇਸ ਦੇ ਉੱਤੇ ਤਿੱਖੀ ਤੇ ਸਖਤੀ ਦੇ ਨਾਲ ਜਿਹੜਾ ਉਹ ਇਸ ਨੂੰ ਜਿਹੜਾ ਨਜਿੱਠਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਹੈਗਾ ਉਹਨਾਂ ਦੇ ਮੁਤਾਬਕ। ਸੋ ਹੁਣ ਇਹ ਨਾ ਸੋਚੋ ਵੀ ਬਹੁਤ ਸਾਰੇ ਲੋਕ ਜਿਹੜੇ ਕਈ ਪੋਲੀਟੀਕਲ ਅਸਾਈਲਮ ਲੈਂਦੇ ਆ ਵੀ ਜੀ ਸਾਡੇ ਮੁਲਕਾਂ ਦੇ ਵਿੱਚ ਆਹ ਪ੍ਰੋਬਲਮ ਹੈਗੀ ਆ। ਰੀਸੈਂਟ ਅੱਜ ਦੀ ਖਬਰ ਇਹ ਆ ਵੀ ਅਮਰੀਕਾ ਨੇ 50 ਦੇ ਕਰੀਬ ਜਿਹੜੇ ਮਾਈਗ੍ਰੈਂਟ ਯੂਕਰੇਨ ਦੇ ਆ ਉਹਨਾਂ ਨੂੰ ਵਾਪਸ ਕਰਤਾ। ਹਾਲਾਂਕਿ ਤੁਹਾਡੇ ਨਾਲ ਸਭ ਤੋਂ ਪਹਿਲੀਆਂ ਖਬਰਾਂ 'ਚ ਆਪਾਂ ਖਬਰ ਸਾਂਝੀ ਕੀਤੀ ਆ ਵੀ ਕਿਸ ਤਰ੍ਹਾਂ ਉੱਥੇ ਪੂਰੀ ਜੰਗ ਲੱਗੀ ਹੋਈ ਆ ਵੀ ਰਸ਼ੀਆ ਵਾਲਿਆਂ ਨੇ ਮਿਜ਼ਾਈਲ ਸਿੱਟੀ, 24 ਜਣਿਆਂ ਦੀ ਮੌਤ ਹੋ ਗਈ, 66 ਜਣੇ ਫੱਟੜ ਹੋ ਗਏ ਤੇ US 50 ਦੇ ਕਰੀਬ ਯੂਕਰੇਨ ਦੇ ਜਿਹੜੇ ਲੋਕ ਆ ਜਿਨ੍ਹਾਂ ਨੇ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲਿਆ ਸੀ ਉਹਨਾਂ ਨੂੰ ਡਿਪੋਰਟ ਕਰ ਰਿਹਾ। ਉਹ ਨਹੀਂ ਵਾਪਸ ਆਲਰੇਡੀ ਡਿਪੋਰਟ ਕਰ ਦਿੱਤੇ ਆ। ਕਹਿੰਦੇ ਸਿੰਗਲ ਲਾਰਜੈਸਟ ਡਿਪੋਰਟੇਸ਼ਨ US ਤੋਂ ਹੈਗੀ ਆ ਜਦੋਂ ਤੋਂ ਰਸ਼ੀਆ ਦੇ ਨਾਲ ਲੜਾਈ ਸ਼ੁਰੂ ਹੋਈ ਹੈਗੀ ਆ। ਸੋ ਪੋਲਿਸ਼ ਬਾਰਡਰ ਦੇ ਲਾਗੇ ਜਿਹੜੀ ਫਲਾਈਟ ਆ ਆਲਰੇਡੀ ਲੈਂਡ ਕਰ ਗਈ ਆ। ਕਹਿੰਦੇ ਵੀ 2022 ਦੇ ਵਿੱਚ ਜਦ ਰਸ਼ੀਆ ਦੀ ਇਨਵੇਜ਼ਨ ਹੋਈ ਸੀ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਹੁਣ ਤੱਕ ਟੋਟਲ 105 ਯੂਕਰੇਨੀਅਨ ਜਿਹੜੇ ਡਿਪੋਰਟ ਕਰ ਦਿੱਤੇ ਹੈਗੇ ਆ। 13 ਲਾਸਟ ਕੁਆਰਟਰ ਆਫ 24 ਚ ਕੀਤੇ ਗਏ ਸੀ ਤੇ 80 ਕਹਿੰਦੇ ਹੋਰ ਲੋਕਾਂ ਨੂੰ ਜਿਹੜੀ ਇੱਕ ਫਲਾਈਟ ਦੇ ਵਿੱਚ ਭੇਜਿਆ ਜਾਊਗਾ। ਇਹ ਓਲਾ ਕਰਕੇ ਯੂਕਰੇਨ ਦੇ ਜੋ ਐਮਬੈਸਡਰ ਟੂ US ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇਹ ਪੂਰੀ ਲਿਸਟ ਜਿਹੜੀ ਆ ਇਹ ਵੀ ਜਿਹੜੀ ਆ ਯੂਕਰੇਨ ਵਾਲਿਆਂ ਨੂੰ ਦੇ ਦਿੱਤੀ ਗਈ ਆ ਜੋ ਲੋਕ ਯੂਕਰੇਨ ਦੇ ਵਾਪਸ ਇੱਥੋਂ ਭੇਜੇ ਗਏ ਹੈਗੇ। ਜੀ ਬਿਲਕੁਲ। ਉਧਰ ਹਰਜੋਤ ਸਿੰਘ ਜੀ ਸੈਨ ਐਂਟੋਨੀਓ ਤੋਂ ਖਬਰ ਆ ਰਹੀ ਹੈ ਟੈਕਸਸ ਤੋਂ। ਉੱਥੇ ਟ੍ਰੈਂਡ ਏ ਅਰੋਗਵਾ ਦੇ ਜਿਹੜੇ ਆ ਗੈਂਗ ਮੈਂਬਰਸ ਨੂੰ ਅਰੈਸਟ ਕਰਨ ਦੇ ਲਈ ਬਹੁਤ ਤਗੜੀ ਜਿਹੜੀ ਆਈਸ ਦੀ ਰੇਡ ਮਾਰੀ ਗਈ ਆ। 140 ਕਹਿੰਦੇ ਵੀ ਇਲੀਗਲ ਏਲੀਅਨਸ ਉਹ ਅਰੈਸਟ ਕੀਤੇ ਗਏ, ਜਿਨ੍ਹਾਂ 'ਚ ਕਹਿੰਦੇ ਵੀ ਗੈਂਗ ਮੈਂਬਰ ਤੇ ਮਲਟੀਪਲ ਕੰਟਰੀਜ਼ ਦੇ ਜਿਹੜੇ ਇਲੀਗਲਸ ਆ ਉਹ ਉੱਥੇ ਸੀਗੇ। ਸੋ ਉਹਨਾਂ ਨੂੰ ਜਿਹੜਾ ਹੁਣ ਜਿਹੜਾ ਗ੍ਰਿਫਤਾਰ ਆ ਉਹ ਉੱਥੇ ਕੀਤਾ ਗਿਆ ਹੈਗਾ ਆ। ਸੋ ਇਹ ਕੁਝ ਘੰਟੇ ਪਹਿਲਾਂ ਹੀ ਜਿਹੜਾ ਇੱਕ ਹੋਰ ਆਪਰੇਸ਼ਨ ਆਈਸ ਵਾਲਿਆਂ ਨੇ CBP ਵਾਲਿਆਂ ਨੇ ਜਿਹੜਾ ਉਹ ਚਲਾਇਆ। ਸੈਨ ਐਂਟੋਨੀਓ ਦੇ ਕਲੱਬ ਨੂੰ ਰੇਡ ਜਿਹੜੀ ਉਹ ਮਾਰੀ ਗਈ ਸੀ। ਵੈਨੇਜ਼ੁਏਲਾ ਦਾ ਜਿਹੜਾ ਗੈਂਗ ਆ ਟ੍ਰੈਂਡ ਏ ਅਰੋਗਵਾ ਉਹਨਾਂ ਨੂੰ ਲੈ ਕੇ ਜਿਹੜੀ ਇਹ ਵੱਡੀ ਜਿਹੜੀ ਆ ਆਪਰੇਸ਼ਨ ਆ ਉਹ ਕੰਡਕਟ ਕੀਤਾ ਗਿਆ ਸੀਗਾ। ਸੋ ਜਿਹੜਾ ਉੱਥੇ ਦਾ ਲੋਕਲ KATV ਚੈਨਲ ਆ ਉਹ ਕਹਿ ਰਿਹਾ ਵੀ 150 ਤੋਂ ਵੱਧ ਲੋਕਾਂ ਨੂੰ ਆਈਸ ਨੇ ਕਸਟਡੀ ਦੇ ਵਿੱਚ ਲਿਆ ਆ। ਤਕਰੀਬਨ ਰਾਤ ਦੇ 3 ਵਜੇ ਜਦ ਪਾਰਟੀ ਖਤਮ ਹੋ ਰਹੀ ਸੀਗੀ ਤਾਂ ਉਦੋਂ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਨਵੀਂ ਟਾਸਕ ਫੋਰਸ ਬਣੀ ਆ ਜਿਹਦੇ ਵਿੱਚ FBI ਤੇ HSI ਸੈਨ ਐਂਟੋਨੀਓ ਉਹ ਮੌਜੂਦ ਸੀਗੇ। ਉਹਨਾਂ ਨੇ ਜਿਹੜੇ ਕਾਰਲੋਟ ਦੇ ਨਜ਼ਦੀਕ ਸੀਗੇ ਸੈਨ ਪੈਡਰੋ ਐਵੀਨਿਊ ਦੇ ਉੱਤੇ ਜਿੱਥੇ ਇਹ ਕਲੱਬ ਸੀਗਾ ਉੱਥੇ ਛਾਪੇਮਾਰੀ ਜਿਹੜੀ ਉਹ ਕੀਤੀ ਆ, ਰੇਡ ਜਿਹੜੀ ਉਹ ਮਾਰੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਲੋਕ ਗ੍ਰਿਫਤਾਰ ਕਰ ਲਏ। ਨੱਚ ਨੁੱਚ ਕੇ ਵਿਚਾਰੇ ਨਾ ਰੋਟੀ ਖਾਣ ਦੇ ਲਈ ਬਾਹਰ ਫੂਡ ਟਰੱਕਾਂ ਵੱਲ ਨੂੰ ਜਾ ਰਹੇ ਸੀ ਜਦ ਇਹਨਾਂ ਨੇ ਰਾਹ ਦੇ ਵਿੱਚ ਹੀ ਦਬੋਚ ਜਿਹੜਾ ਉਹ ਲਿਆ ਆ। ਹੁਣ ਜਿੱਦਾਂ ਕਹਿੰਦੇ ਹੁੰਦੇ ਆ ਵੀ ਜੇਲ੍ਹ ਦੀ ਜਿਹੜੀ ਰੋਟੀ ਆ ਉਹ ਉਹਨਾਂ ਨੂੰ ਹੁਣ ਖਾਣੀ ਜਿਹੜੀ ਉੱਥੇ ਪਊਗੀ। ਸੋ 150 ਬੰਦਾ ਟ੍ਰੈਂਡ ਏ ਅਰੋਗਵਾ ਗੈਂਗ ਦੇ ਨਾਲ ਜਿਨ੍ਹਾਂ ਨਾਲ ਕਈ ਜਿਹੜੇ ਲੋਕ ਸੰਬੰਧਿਤ ਸੀਗੇ, ਗੈਂਗ ਮੈਂਬਰ ਸੀਗੇ, ਉਹਨਾਂ ਨੂੰ ਆਈਸ ਨੇ ਜਿਹੜਾ ਸੈਨ ਐਂਟੋਨੀਓ ਟੈਕਸਸ ਦੇ ਵਿੱਚ ਚੱਕ ਲਿਆ ਹੈਗਾ ਆ। ਜੀ ਅਗਲੀ ਖਬਰ ਚਾਈਨਾ ਦੇ ਨਾਲ ਸੰਬੰਧਿਤ ਹੈ। ਚਾਈਨਾ ਤੇ ਜਾਪਾਨ ਦੇ ਵਿੱਚ ਜਿਹੜੇ ਰਿਲੇਸ਼ਨ ਆ ਇਸ ਵੇਲੇ ਕਾਫੀ ਟੈਂਸ ਹੈਗੇ ਆ ਕਿਉਂਕਿ ਬੀਜਿੰਗ ਕੋਸ਼ਿਸ਼ ਕਰ ਰਿਹਾ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਤਾਈਵਾਨ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਜਾ ਸਕੇ। ਪਰ ਉਧਰ ਜਾਪਾਨ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਜੇ ਚਾਈਨਾ ਵਾਲਿਆਂ ਨੇ ਕਿਸੇ ਤਰ੍ਹਾਂ ਕੋਸ਼ਿਸ਼ ਕੀਤੀ ਤੇ ਅਸੀਂ ਡਾਇਰੈਕਟਲੀ ਜਿਹੜਾ ਆ ਇਨਵੋਲਵ ਹੋਵਾਂਗੇ। ਇਹਦਾ ਸਾਰੇ ਕਾਸੇ ਦਾ ਅਸਰ ਕੀ ਹੋਇਆ ਵੀ ਚਾਈਨਾ ਦੇ 5 ਲੱਖ ਲੋਕਾਂ ਨੇ ਟਰੈਵਲ ਕਰਨਾ ਸੀ ਜਾਪਾਨ ਨੂੰ ਤੇ ਉਹਨਾਂ ਨੇ ਆਪਣੀਆਂ ਟਿਕਟਾਂ ਜਿਹੜੀਆਂ ਕੈਂਸਲ ਕਰ ਦਿੱਤੀਆਂ ਹੈਗੀਆਂ। ਚਾਈਨੀਜ਼ ਸਟੂਡੈਂਟਸ ਜੋ ਜਾਪਾਨ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਜਿਹੜੀ ਚਾਈਨਾ ਦੀ ਸਰਕਾਰ ਨੇ ਕੇਅਰਫੁਲ ਰਹਿਣ ਦੇ ਲਈ ਕਿਹਾ ਆ ਵੀ ਕਿਸੇ ਟਾਈਮ ਵੀ ਉਹਨਾਂ ਨੂੰ ਵਾਪਸ ਬੁਲਾਇਆ ਜਾ ਸਕਦਾ ਹੈਗਾ ਆ। 2 ਜੈਪਨੀਜ਼ ਫਿਲਮਸ ਜਿਹੜੀਆਂ ਆ ਉਹ ਚਾਈਨਾ ਦੇ ਬਾਕਸ ਆਫਿਸ ਤੋਂ ਪੁੱਲ ਵੀ ਕਰ ਲਈਆਂ ਗਈਆਂ ਹੈਗੀਆਂ। ਜਿਹੜੇ ਡਿਸਪਿਊਟਡ ਵਾਟਰਸ ਹੈਗੇ ਆ ਤਾਈਵਾਨ ਦੇ ਲਾਗੇ ਛਾਗੇ ਉੱਥੇ ਸ਼ਿਪਸ ਜਿਹੜੇ ਆ ਪੈਟਰੋਲ ਕਰ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਿਚੁਏਸ਼ਨ ਆ ਕਾਫੀ
ਟੈਂਸ ਬਣੀ ਹੋਈ ਹੈਗੀ ਆ। ਜਾਪਾਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਨਵੀਂ ਉੱਥੇ ਦੀ ਪ੍ਰਾਈਮ ਮਿਨਿਸਟਰ ਬਣੀ ਹੈਗੀ ਆ ਸੈਨੇਈ ਟੇਕੇਚੀ, ਤੇ ਉਹ ਕਾਫੀ ਸਟਰੋਂਗ ਲੇਡੀ ਮੰਨੀ ਜਾ ਰਹੀ ਹੈਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਨੇ ਇੱਕ ਪ੍ਰਾਪਰਟੀ ਓਨਰ ਨੂੰ ਜਿਹੜਾ ਉਹ ਸੂ ਕੀਤਾ ਹੈ ਸੈਕਸ਼ੂਅਲ ਹਰਾਸਮੈਂਟ ਕਹਿੰਦੇ ਵੀ ਕੰਡਕਟ ਕੀਤੀ, ਜਿਹੜੀ ਕਮਿਟ ਕੀਤੀ ਗਈ ਸੀਗੀ, ਜਿਹੜੀ ਜਿਨਸੀ ਸ਼ੋਸ਼ਣ ਇੱਕ ਹਿਸਾਬ ਦੇ ਨਾਲ ਕੀਤਾ ਆ ਸਾਬਕਾ ਓਨਰ ਤੇ ਮੈਨੇਜਰ ਆਰਕਨਸਾ ਦੇ ਇੱਕ ਰੈਂਟਲ ਅਪਾਰਟਮੈਂਟ ਕੰਪਲੈਕਸ ਨੂੰ ਲੈ ਕੇ। ਬ੍ਰਾਇਰਵੁੱਡ ਅਪਾਰਟਮੈਂਟ ਆ ਸੀਐਚਸੀ ਆਰਕਨਸਾ ਦੇ ਵਿੱਚ, ਉੱਥੇ ਕਹਿੰਦੇ ਵੀ ਫੇਅਰ ਹਾਊਸਿੰਗ ਐਕਟ ਦੀ ਉਹਨਾਂ ਨੇ ਵਾਇਲੇਸ਼ਨ ਕੀਤੀ ਆ। ਯੂਐਸ ਡਿਸਟ੍ਰਿਕਟ ਕੋਰਟ ਆਫ ਈਸਟਰਨ ਡਿਸਟ੍ਰਿਕਟ ਆਫ ਆਰਕਨਸਾ ਨੇ ਜਿਹੜਾ ਉਹ ਦੱਸਿਆ ਵੀ ਇਸ ਰੈਂਟਲ ਪ੍ਰਾਪਰਟੀਜ਼ ਦਾ ਜਿਹੜਾ ਓਨਰ ਤੇ ਜਿਹੜਾ ਮੈਨੇਜਰ ਕੈਲਸੋ ਕਰਕੇ ਸੀਗਾ, ਕੈਲਸੋਜ਼ ਮੈਨੇਜਮੈਂਟ, ਉਹਨੇ ਜਿਹੜੀਆਂ ਫੀਮੇਲ ਟੈਨੈਂਟਸ ਆ ਉਹਨਾਂ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਆ ਉਹ ਕੀਤੀ ਸੀ। ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ, ਜਸਟਿਸ ਡਿਪਾਰਟਮੈਂਟ ਸਿਵਲ ਰਾਈਟ ਡਿਵੀਜ਼ਨ ਦੇ ਜਿਹੜੇ ਮੁਖੀ ਆ, ਉਹਨਾਂ ਨੇ ਕਿਹਾ ਵੀ ਕੋਈ ਵੀ ਜਣਾ ਜਿਹੜਾ ਸੈਕਸ਼ੂਅਲ ਹਰਾਸਮੈਂਟ ਇਦਾਂ ਕਰਦਾ ਆ, ਕਹਿੰਦੇ ਵੀ ਆਪਣੇ ਸਿਰ ਦੇ ਉੱਤੇ ਛੱਤ ਲੈਣ ਦੇ ਲਈ ਕਿਸੇ ਨੂੰ ਵੀ ਸੈਕਸ਼ੂਅਲ ਹਰਾਸਮੈਂਟ ਇੰਡਿਓਰ ਨਹੀਂ ਕਰਨੀ ਜਿਹੜੀ ਉਹ ਪੈਣੀ ਚਾਹੀਦੀ, ਉਸ ਨੂੰ ਇਸ ਦਾ ਸਾਹਮਣਾ ਜਿਹੜਾ ਉਹ ਨਹੀਂ ਕਰਨਾ ਪੈਣਾ ਚਾਹੀਦਾ। ਸੋ ਕਹਿੰਦੇ ਵੀ ਲਾ ਇਨਫੋਰਸਮੈਂਟ ਇਹ ਇਨਫੋਰਸ ਕਰ ਰਿਹਾ ਹੈ, ਰੀਇਨਫੋਰਸ ਕਰ ਰਿਹਾ ਹੈ, ਇਸ ਚੀਜ਼ ਨੂੰ ਪੱਕਿਆਂ ਕਰ ਰਿਹਾ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਕਮਿਟਡ ਆ, ਜਿਹੜੇ ਲੈਂਡਲੋਰਡਸ ਆ ਜਾਂ ਹਾਊਸਿੰਗ ਪ੍ਰੋਵਾਈਡਰ ਆ, ਵੀ ਜੇ ਉਹ ਇਲੀਗਲੀ ਹਰਾਸ ਕਰ ਰਹੇ ਆ, ਰਿਟੈਲੀਏਟ ਕਰ ਰਹੇ ਆ ਟੈਨੈਂਟਸ ਦੇ ਉਲਟ, ਵੀ ਤੁਹਾਡੇ ਨਾਲ ਜਿਹੜੀ ਜਸਟਿਸ ਡਿਪਾਰਟਮੈਂਟ ਖੜੀ ਆ, ਤੁਹਾਡੇ ਨਾਲ ਜੇ ਧੱਕਾ ਹੋਇਆ ਆ ਜਾਂ ਤੁਹਾਨੂੰ ਸੈਕਸ਼ੂਅਲ ਹਰਾਸਮੈਂਟ ਆ ਜਾਂ ਰਿਟੈਲੀਏਸ਼ਨ ਆ, ਵੀ ਤੁਹਾਨੂੰ ਕੱਢ ਦਾਂਗੇ ਜੇ ਤੁਸੀਂ ਕੁਝ ਬੋਲੇ ਜਾਂ ਕੁਝ ਬੋਲੀ, ਤਾਂ ਉਹਨਾਂ ਲੋਕਾਂ ਨੂੰ ਜਿਹੜਾ ਉਹ ਜਵਾਬਦੇਹ ਬਣਾਇਆ ਜਾਊਗਾ। ਕਹਿੰਦੇ ਵੀ ਜੇ ਇਸ ਦੇ ਉੱਤੇ ਜਿਹੜੇ ਚਾਰजेस ਲੱਗੇ, ਜਿਸ ਦੇ ਵਿੱਚ ਕਨਵਿਕਟ ਹੋ ਜਾਂਦਾ ਆ, ਤਾਂ 20 ਸਾਲ ਜਿਹੜੀ ਆ ਫੈਡਰਲ ਪ੍ਰਿਜ਼ਨ ਦੇ ਵਿੱਚ ਇਸ ਨੂੰ ਸਜ਼ਾ ਜਿਹੜੀ ਹੁਣ ਕੱਟਣੀ ਪਊਗੀ। ਤੇ ਨਾਲ ਹੀ ਜਿਹੜੇ ਹਰਮੀਤ ਢਿੱਲੋਂ ਆ, ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਵੀ ਪੀੜਤ ਹੋ ਕਿਸੇ ਵੀ ਸੈਕਸ਼ੂਅਲ ਹਰਾਸਮੈਂਟ ਦੇ, ਕਿਸੇ ਵੀ ਲੈਂਡਲੋਰਡ ਜਾਂ ਪ੍ਰਾਪਰਟੀ ਓਨਰ ਦੇ ਦੁਆਰਾ, ਜਾਂ ਕਿਸੇ ਤਰੀਕੇ ਦੀ ਹਾਊਸਿੰਗ ਡਿਸਕ੍ਰਿਮੀਨੇਸ਼ਨ ਤੁਹਾਨੂੰ ਹੋਈ ਆ, ਤਾਂ ਹਾਊਸਿੰਗ ਡਿਸਕ੍ਰਿਮੀਨੇਸ਼ਨ ਟਿਪ ਲਾਈਨ ਦੇ ਉੱਤੇ 1800-896-7743 ਦੇ ਉੱਤੇ ਕਾਲ ਕਰੋ, ਜਾਂ ਆਨਲਾਈਨ ਵੀ ਜਿਹੜੀ ਆ ਉਹ ਤੁਸੀਂ ਰਿਪੋਰਟ ਆ ਸਬਮਿਟ ਕਰ ਸਕਦੇ ਹੈਗੇ ਆ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਲੰਮੇ ਸਮੇਂ ਦੇ ਲਈ ਬੰਦਾ ਅੰਦਰ ਜਾ ਸਕਦਾ ਆ ਜੇ ਲਾਏ ਗਏ ਇਸ ਦੇ ਉੱਤੇ ਜਿਹੜੇ ਚਾਰजेस ਆ ਉਹ ਸਾਬਤ ਹੋ ਜਾਂਦੇ ਆ। ਥਾਮਸ ਰੇ ਕੈਲਸੋ ਮੈਨੇਜਮੈਂਟ ਜਿਹੜੇ ਨਾਂ ਦੇ ਅਧੀਨ ਇਹਨਾਂ ਆਰਕਨਸਾ ਦੇ ਵਿੱਚ ਰੈਂਟਲ ਪ੍ਰਾਪਰਟੀਜ਼ ਨੂੰ ਓਨ ਤੇ ਮੈਨੇਜ ਕਰ ਰਿਹਾ ਸੀ, ਜਿੱਥੇ ਮਹਿਲਾ ਜਿਹੜੀਆਂ ਸੀਗੇ ਟੈਨੈਂਟ, ਉਹਨਾਂ ਦੇ ਨਾਲ ਇਸ ਨੇ ਸੈਕਸ਼ੂਅਲ ਹਰਾਸਮੈਂਟ ਕੀਤੀ। ਇਹ ਚੀਜ਼ ਦੀ ਆੜ ਦੇ ਵਿੱਚ ਵੀ ਜੇ ਬੋਲੀਆਂ ਤਾਂ ਤੁਹਾਡੇ ਉਲਟ ਜਾਂ ਤੁਹਾਨੂੰ ਜਿਹੜਾ ਇੱਥੋਂ ਕੱਢ ਦਿੱਤਾ ਜਿਹੜਾ ਉਹ ਜਾਵੇਗਾ। ਸੋ ਵਿਚਾਰੀਆਂ ਨੇ ਸਿਰ ਦੇ ਉੱਤੇ ਛੱਤ ਰੱਖਣ ਦੇ ਲਈ ਇਹ ਕੁਛ ਜਿਹੜਾ ਉਹਨਾਂ ਨੂੰ ਸਹਿਣਾ ਉਦੋਂ ਪਿਆ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਬੇ ਏਰੀਏ ਦਾ ਜਿਹੜਾ ਸਾਡਾ ਸਭ ਤੋਂ ਵੱਡਾ ਚੈਨਲ ਆ 1170 AM 1170 AM, ਜਦੋਂ ਵੀ ਤੁਸੀਂ ਬੇਕਰਸਫੀਲਡ ਫ੍ਰਿਜ਼ਨੋ ਵੱਲੋਂ, ਸਟਾਕਟਨ, ਮੋਡੈਸਟੋ, ਸੈਕਰਾਮੈਂਟੋ, ਜੁਬਾ ਸਿਟੀ ਵੱਲੋਂ ਬੇ ਏਰੀਏ ਵੱਲ ਨੂੰ ਆਉਂਦੇ ਆ, ਇਹ 50,000 ਵਾਟ ਦਾ ਸਟੇਸ਼ਨ ਆ, ਤੇ ਇੱਧਰ ਮੋਨਰੇ ਕਾਉਂਟੀ ਵੱਲ ਸਾਰਾ ਗਿਲਰਾਏ, ਹਲਿਸਟਰ, ਸੋ ਬਹੁਤ ਕਲੀਅਰਲੀ ਸੁਣਿਆ ਜਾ ਸਕਦਾ ਕਾਰਾਂ ਦੇ ਵਿੱਚ 1170 AM ਲਾ ਲਿਆ ਕਰੋ। ਤੇ ਤੁਸੀਂ ਜਿਹੜੇ ਸਾਰੇ ਪ੍ਰੋਗਰਾਮ 24 ਘੰਟੇ 7 ਦਿਨ ਜਿਹੜੇ ਪ੍ਰੋਗਰਾਮ ਚੱਲਦੇ ਆ ਉਹਨਾਂ ਨੂੰ ਸੁਣ ਸਕਦੇ ਹੋ। ਬਾਕੀ ਤੁਹਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਆ ਬੇ ਏਰੀਏ ਦੇ ਸਾਰੇ ਸ਼ਹਿਰਾਂ 'ਚ, ਤੇ ਉਹਨਾਂ ਨੂੰ ਵੀ ਕਾਲ ਕਰਕੇ ਦੱਸੋ ਵੀ ਇਸ ਰੇਡੀਓ ਨੂੰ ਵੱਧ ਤੋਂ ਵੱਧ ਜਿਹੜਾ ਟਰਨ ਔਨ ਕਰ ਲਓ, ਤਾਂ ਕਿ ਜਦੋਂ ਵੀ ਕਾਰ 'ਚ ਬੈਠਣਾ, ਘਰ ਦੇ ਵਿੱਚ ਤੁਹਾਡੇ ਰੇਡੀਓ ਸੈਟਸ ਹੈਗੇ ਆ। ਰੇਡੀਓ ਸੈਟਸ ਦੀ ਤੁਹਾਨੂੰ ਜ਼ਰੂਰਤ ਆ, ਪੰਜਾਬੀ ਰੇਡੀਓ USA ਦੇ ਸਟੂਡੀਓ ਤੋਂ ਲੈ ਸਕਦੇ ਆ, ਕੁਛ ਦੁਕਾਨਾਂ ਤੇ ਵੀ ਪਏ ਹੈਗੇ ਆ, ਬੜੀ ਮਿਨੀਮਮ ਜਿਹੀ ਉਹਦੀ ਪ੍ਰਾਈਸ ਰੱਖੀ ਹੋਆ ਜਿੰਨੇ 'ਚ ਉਹ ਬਣਿਆ ਹੈਗਾ। ਸੋ ਤੁਸੀਂ ਲੈ ਸਕਦੇ ਆ। ਘਰਾਂ ਦੇ ਵਿੱਚ ਬਜ਼ੁਰਗ ਆ, ਇਕੱਲਾ ਬੰਦਾ ਆ, ਕੰਮ ਕਰਦਾ ਤੇ ਦਿਲ ਲੱਗਾ ਰਹਿੰਦਾ, ਸਟੋਰਾਂ ਦੇ ਉੱਤੇ ਸਾਰਿਆਂ ਨੇ ਲਾਏ ਹੋਏ ਹੈਗੇ ਆ, ਨਾਲ ਦੀ ਨਾਲ ਕੰਮ ਕਰਦੇ ਰਹਿੰਦੇ ਆ, ਟਰੱਕਾਂ 'ਚ, ਟੈਕਸੀਆਂ 'ਚ, ਊਬਰ, ਲਿਫਟ ਸਾਰੇ ਸੁਣਦੇ ਰਹਿੰਦੇ ਆ। ਸੋ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆ, ਅਸੀਂ ਕੋਈ ਪੈਸੇ ਦੀ ਮੰਗ ਨਹੀਂ ਕਰਦੇ, ਇੰਨਾ ਜ਼ਰੂਰ ਕਰਦੇ ਆ ਵੀ ਜੇ ਸੱਚਮੁੱਚ ਹੀ ਤੁਹਾਨੂੰ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਵਧੀਆ ਲੱਗਦੇ ਹੈਗੇ ਆ, ਕਿਉਂਕਿ ਜਦੋਂ ਵੀ ਆਪਾਂ ਨਗਰ ਕੀਰਤਨਾਂ ਤੇ ਵੱਖ-ਵੱਖ ਪ੍ਰੋਗਰਾਮਾਂ ਤੇ ਜਾਂਦੇ ਆ ਤੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਆਪਣੇ ਸਰੋਤੇ ਮਿਲਦੇ ਆ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਵਧੀਆ ਖਬਰਾਂ ਹੁੰਦੀਆਂ, ਵਧੀਆ ਪ੍ਰੋਗਰਾਮ ਹੁੰਦੇ ਆ। ਸੋ
ਅਸੀਂ ਇਹੀ ਤੁਹਾਤੋਂ ਮੰਗਦੇ ਹਾਂ ਵੀ ਤੁਸੀਂ ਆਪਣੇ ਹੋਰ ਦੋਸਤ ਮਿੱਤਰ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਜਿਹੜਾ ਆ ਦੱਸੋ ਵੱਖ-ਵੱਖ ਚੈਨਲਾਂ ਬਾਰੇ ਤਾਂ ਕਿ ਉਹ ਪੰਜਾਬੀ ਰੇਡੀਓ ਦੇ ਨਾਲ ਜੁੜ ਸਕਣ। ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।